ਸਨਮਾਨਯੋਗ ਗੁਰੂ ਸਵਾਰਿਓ, ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੀ ਆਨਲਾਈਨ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਸਿੱਖ ਰਹਿਤ ਮਰਿਆਦਾ ਦੀ ਲੜੀਵਾਰ ਵਿਚਾਰ ਅਸੀਂ ਪਿਛਲੇ ਕੁਝ ਮਹੀਨਿਆਂ ਤੋਂ ਕਰ ਰਹੇ ਹਾਂ। ਕੱਲ ਦੀ ਵਿਚਾਰ ਵਿੱਚ ਅਸੀਂ ਤਨਖਾਹੀਏ ਕੌਣ ਹਨ ਉਹਨਾਂ ਦੀ ਵਿਚਾਰ ਕੀਤੀ ਸੀ, ਜਿਨ੍ਹਾਂ ਵਿੱਚ ਮੀਨੇ, ਮਸੰਦ, ਧੀਰ ਮਲੀਏ, ਰਾਮ ਰਹੀਏ ਆਦਿਕ ਪੰਥ ਵਿਰੋਧੀਆਂ ਨਾਲ ਜਾਂ ਨੜੀ ਮਾਰ, ਕੁੜੀ ਮਾਰ, ਸਿਰਗਮ ਨਾਲ ਵਰਤਣ ਵਾਲਾ ਤਨਖਾਹੀਆ ਹੈ ਹੋ ਜਾਂਦਾ ਹੈ। ਮੀਣੇ ਜੋ ਪ੍ਰਿਥੀ ਚੰਦ ਦੀ ਔਲਾਦ ਵਿੱਚੋਂ ਅੰਸ਼ ਵਿੱਚੋਂ ਹਨ। ਮਸੰਦ ਆਪ ਜੀ ਨੂੰ ਪਤਾ ਹੈ। ਧੀਰ ਮਲੀਏ ਜੋ ਧੀਰਮਲ ਦੇ ਅੰਸ਼ ਵਿੱਚੋਂ ਹਨ, ਜਿਨ੍ਹਾਂ ਵਿੱਚ ਅੱਜ ਵਡਭਾਗ ਸਿੰਘ ਦਾ ਡੇਰਾ ਜੋ ਚੱਲ ਰਿਹਾ ਹੈ। ਰਾਮ ਰਾਈਏ ਜਿਨ੍ਹਾਂ ਨੇ ਗੁਰਬਾਣੀ ਦੀ ਪੰਕਤੀ ਬਦਲੀ ਸੀ ਔਰੰਗਜ਼ੇਬ ਦੇ ਦਰਬਾਰ ਵਿੱਚ ਜਾ ਕੇ। ਨੜੀ ਮਾਰ ਹੁੱਕਾ ਪੀਣ ਵਾਲੇ। ਕੁੜੀ ਮਾਰ ਜੋ ਜੰਮਦਿਆਂ ਜਾਂ ਜੰਮਣ ਤੋਂ ਪਹਿਲਾਂ ਕੁੜੀਆਂ ਨੂੰ ਮਾਰਨ ਵਾਲੇ। ਸਿਰਗੁਮ ਜਿਹੜੇ ਸਿੱਖ ਹੋ ਕੇ ਕੇਸ ਕਤਲ ਕਰਵਾਉਣ ਵਾਲੇ। ਇਹਨਾਂ ਨਾਲ ਵਰਤਣ ਵਾਲਾ ਤਨਖਾਹੀਆ ਹੋ ਜਾਂਦਾ ਹੈ। ਵਰਤਨ ਦੀ ਵੀ ਕੱਲ ਆਪਾਂ ਵਿਚਾਰ ਕੀਤੀ ਸੀ ਕਿ ਵਰਤਨ ਵਿਹਾਰ ਦਾ ਕੀ ਅਰਥ ਹੈ। ਦੂਜਾ ਸੀ ਬੇਅਮਰਤੀਏ ਜਾਂ ਪਦਮ ਦਾ ਝੂਠਾ ਖਾਣ ਵਾਲਾ। ਤੀਜਾ ਸੀ ਦਾੜਾ ਰੰਗਣ ਵਾਲਾ। ਕੱਲ ਇਹਦੇ ਤੇ ਵਿਚਾਰ ਆਈ ਸੀ ਵੀ ਜੇ ਅੱਖਾਂ ਦੀ ਨਜ਼ਰ ਘਟ ਜਾਂਦੀ ਹੈ ਤੇ ਅਸੀਂ ਲੈਂਸ ਲਾ ਲੈਂਦੇ ਹਾਂ ਤੇ ਐਨਕ ਲਾ ਲੈਂਦੇ ਹਾਂ। ਤਾਂ ਵੀਰ ਤੇਜਿੰਦਰ ਸਿੰਘ ਜੀ ਨੇ ਇੱਕ ਮੈਸੇਜ ਉਹਦੇ 'ਚ ਪਾਇਆ ਸੀ ਵੀ ਉਹ ਜ਼ਰੂਰੀ, ਉਹ ਲੋੜ ਹੈ ਸਾਡੀ, ਲੇਕਿਨ ਕਿ ਸਾਨੂੰ ਰੰਗਣਾ ਲੋੜ ਨਹੀਂ ਹੈ, ਉਹ ਫੈਸ਼ਨ ਹੈ, ਉਹ ਸਾਡਾ ਸ਼ੌਂਕ ਹੈ, ਉਹ ਮਨ ਕਾ ਚਾਓ ਹੈ। ਉਹਨਾਂ ਨੇ ਮੈਸੇਜ ਪਾਇਆ ਸੀ ਵੀਰ ਤੇਜਿੰਦਰ ਸਿੰਘ ਜੀ ਨੇ ਕੱਲ। ਉਹ ਮੈਂ ਦੁਹਰਾ ਰਿਹਾ ਕਿਉਂਕਿ ਮੈਂ ਕਲਾਸ ਦੀ ਸਮਾਪਤੀ ਤੋਂ ਬਾਅਦ ਇਹ ਮੈਸੇਜ ਪੜ੍ਹਿਆ, ਜਿਹੜਾ ਮੈਂ ਪਹਿਲਾਂ ਪੜ੍ਹ ਨਹੀਂ ਸਕਿਆ। ਮੈਂ ਉਹਨਾਂ ਦਾ ਜੋ ਵੀਰ ਤੇਜਿੰਦਰ ਸਿੰਘ ਜੀ ਬੈਠੇ ਹਨ, ਉਹਨਾਂ ਦਾ ਜੋ ਮੈਸੇਜ ਸੀ ਉਹ ਮੈਂ ਆਪ ਜੀ ਨਾਲ ਸਾਂਝਾ ਕੀਤਾ ਹੈ। ਪੁੱਤਰ ਜਾਂ ਧੀ ਦਾ ਸਾਕ ਮੁੱਲ ਲੈ ਕੇ ਜਾਂ ਦੇ ਕੇ ਕਰਨ ਵਾਲਾ। ਕੋਈ ਨਸ਼ਾ, ਭੰਗ, ਫੀਮ, ਸ਼ਰਾਬ, ਪੋਸਤੀ ਆਦਿ ਵਿੱਚ ਸਾਰੇ ਹੀ ਨਸ਼ੇ ਆ ਜਾਂਦੇ ਹਨ। ਉਹ ਸਾਰਿਆਂ ਦੀ ਲੰਬੀ ਲਿਸਟ ਇੱਥੇ ਬਣ ਨਹੀਂ ਸਕਦੀ। ਨਸ਼ੇ ਨਵੇਂ ਉਜਾਗਰ ਹੁੰਦੇ ਰਹਿੰਦੇ ਨੇ ਤੇ ਨਵੇਂ ਨਸ਼ੇ ਸੰਸਾਰ ਚੱਲਦੇ ਰਹਿੰਦੇ ਆ। ਇਸ ਵਾਸਤੇ ਤੇ ਲਫ਼ਜ਼ ਆਦਿ ਲਿਖ ਕੇ ਇਹ ਲਿਖਤਾ ਪਿਆ ਕਿ ਹੋਰ ਵੀ ਇਹੋ ਜਿਹੇ ਪ੍ਰਕਾਰ ਦੇ ਕੋਈ ਨਸ਼ੇ ਨਹੀਂ ਜਿਹੜੇ ਹਨ ਉਹ ਵਰਤਣ ਵਾਲਾ ਵੀ ਤਨਖਾਹੀਆ ਹੈ। ਗੁਰਮਤਿ ਵਿਰੁੱਧ ਕੋਈ ਸੰਸਕਾਰ ਕਰਾਉਣ ਵਾਲਾ। ਇੱਥੇ ਕਰਨ ਵਾਲੇ ਨੂੰ ਵੀ ਤੇ ਕਰਾਉਣ ਵਾਲੇ ਨੂੰ ਵੀ ਦੋਨਾਂ ਨੂੰ ਤਨਖਾਹੀਆ ਕਿਹਾ ਗਿਆ ਹੈ, ਕਿਉਂਕਿ ਕੇਵਲ ਉਹੀ ਤਨਖਾਹੀਆ ਨਹੀਂ ਜਿਹੜਾ ਕੋਈ ਆਪ ਭੁੱਲ ਕਰਦਾ ਹੈ, ਬਲਕਿ ਕਿਸੇ ਵਿਅਕਤੀ ਕੋਲੋਂ ਰਹਿਤ ਦੀ ਭੁੱਲ ਕਰਵਾਉਣ ਵਾਲਾ ਜਾਂ ਕੀਤੀ ਜਾ ਰਹੀ ਕਿਸੇ ਮਨਮਤ ਦਾ ਜਾਂ ਗੁਰਮਤਿ ਵਿਰੁੱਧ ਕੋਈ ਕਾਰਵਾਈ ਕਰਨ ਵਾਲਾ, ਕਾਰਵਾਈ ਕਰਨ ਵਿੱਚ ਕੋਈ ਕਿਸੇ ਦੀ ਮਦਦ ਕਰਦਾ ਹੈ ਤਾਂ ਉਹ ਵੀ ਭਾਵ ਉਹ ਪ੍ਰੇਰਨਾ ਸਰੋਤ ਹੈ ਜੋ ਉਹਦੇ ਪਿੱਛੇ, ਜਿਹੜਾ ਚੋਰ ਨਹੀਂ ਚੋਰੀ ਦੀ ਪਿੱਛੋਂ ਸ਼ਹਿ ਦੇ ਰਿਹਾ ਹੈ। ਚੋਰ ਆਪ ਨਹੀਂ ਹੈ ਪਰ ਚੋਰੀ ਕਰਨ ਦੀ ਸ਼ਹਿ ਦੇ ਰਿਹਾ ਹੈ, ਜਿਹੜਾ ਉਹਦਾ ਪ੍ਰੇਰਨਾ ਸਰੋਤ ਹੈ, ਉਸ ਨੂੰ ਵੀ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਤਾਂ ਸਿੱਖ ਰਹਿਤ ਮਰਿਆਦਾ ਅਨੁਸਾਰ ਗੁਰਮਤਿ ਵਿਰੋਧੀ ਸੰਸਕਾਰ ਕਰਨ ਵਾਲਾ ਜਾਂ ਕਰਾਉਣ ਵਾਲਾ, ਜਿਵੇਂ ਅਸੀਂ ਕਹਿੰਦੇ ਮੈਂ ਤਾਂ ਨਹੀਂ ਸੀ ਕਰਨਾ ਪਰ ਮੈਨੂੰ ਫਲਾਣੇ ਨੇ ਕਹਿ ਦਿੱਤਾ ਵੀ ਉਹ ਕਰ ਚਲੇ ਜਾ, ਮੈਂ ਤਾਂ ਉੱਥੇ ਨਹੀਂ ਸੀ ਜਾਣਾ ਪਰ ਉਹਨੇ ਕਿਹਾ ਨਹੀਂ ਆਪਾਂ ਮੱਥਾ ਟੇਕਣ ਜਾਣਾ ਸੀ, ਉੱਥੇ ਚਲੇ ਗਏ ਉਸ ਦੇ ਥਾਂ ਤੇ ਜਿੱਥੇ ਗੁਰਮਤਿ ਨੇ ਮਨਾਹੀ ਕੀਤੀ ਹੈ। ਮੈਂ ਤਾਂ ਕਬਰਾਂ ਤੇ ਮੱਥਾ ਨਹੀਂ ਸੀ ਟੇਕਦਾ ਪਰ ਮੇਰਾ ਜੋ ਦੋਸਤ ਲੈ ਗਿਆ। ਮੈਂ ਤਾਂ ਵਰਤ ਨਹੀਂ ਸੀ ਰੱਖਣਾ ਪਰ ਮੇਰੀ ਗੁਆਂਢਣ ਨੇ ਰਖਾ ਦਿੱਤਾ। ਇਹਦੇ 'ਚ ਰੱਖਣ ਵਾਲਾ ਵੀ ਹੈ ਤੇ ਰਖਾਉਣ ਵਾਲਾ ਵੀ ਤਨਖਾਹੀਆ ਕਰਾਰ ਦਿੱਤਾ ਗਿਆ, ਕਿਉਂਕਿ ਗੁਰਮਤਿ ਦਾ ਵਿਰੋਧੀ ਕਰਨ ਵਾਲਾ ਜਿਹੜਾ ਹੈ ਤਨਖਾਹੀਆ ਕਰ ਦਿੱਤਾ ਗਿਆ, ਉਹਨੂੰ ਵੀ ਤਨਖਾਹ ਲਗਾਉਣੀ ਪਏਗੀ। ਜਿਵੇਂ ਸਿੱਖ ਕੋਈ ਹਵਨ, ਜਗ, ਮੂਰਤੀ ਪੂਜਾ, ਅਨਮਦ ਦੇ ਸੰਸਕਾਰ ਕਰਨ ਵਾਲਾ ਜਾਂ ਉਹਦੇ ਵਿੱਚ ਸਹਾਈ ਹੋਣ ਵਾਲਾ ਵੀ ਤਨਖਾਹੀਆ ਹੈ। ਗੁਰਮਤਿ ਦੇ ਵਿਰੁੱਧ ਕੋਈ ਸੰਸਕਾਰ ਕਰਨ ਜਾਂ ਕਰਾਉਣ ਵਾਲਾ ਵੀ ਤਨਖਾਹੀਆ ਹੈ। ਰਹਿਤ ਵਿੱਚ ਕੋਈ ਭੁੱਲ ਕਰਨ ਵਾਲਾ। ਅੱਗੇ ਹੈ, ਇਹ ਸਿੱਖਿਆ ਦੇਣ ਤੋਂ ਉਪਰੰਤ ਪੰਜਾਂ ਪਿਆਰਿਆਂ ਵਿੱਚੋਂ ਕੋਈ ਸੱਜਣ ਅਰਦਾਸਾ ਕਰੇ। ਸਿੱਖ ਰਹਿਤ ਮਰਿਆਦਾ 2015 ਦੇ ਐਡੀਸ਼ਨ ਤੇ ਪੰਨਾ ਨੰਬਰ 31 ਦੇ ਉੱਤੇ ਇਹ ਮੱਧ ਜਿਹੜੀ ਡੰਡਾ ਦੇ ਰੂਪ ਵਿੱਚ ਦਰਜ ਕੀਤੀ ਗਈ ਹੈ। ਇਹ ਸਿੱਖਿਆ ਦੇਣ ਤੋਂ ਉਪਰੰਤ ਪੰਜਾਂ ਪਿਆਰਿਆਂ ਵਿੱਚੋਂ
कोई सज्जन अरदासा करे। तो अमृत संस्कार की सारी सिक्ख्या रहता दस के, कुरैतां दस के, सारी रहत मर्यादा दस के जदों सारा कुछ संपूर्ण हो जाए तो फिर पंजां प्यारिਆਂ ਦੇ ਵਿੱਚੋਂ कोई एक प्यारा उसकी समाप्ति भाव सतगुरु जी की असीस लई, सतगुरु जी के शुकराने लई ते सतगुरु जी की भविख विच सहायता मंगण लई अरदास करे। ये जो जीवन है साडा पंथक ते शख्सी जीवन जिहड़ा है गुरु रीति अनुसार, गुरु मर्यादा अनुसार निभे। एक लोक रीति है, एक गुरु रीति है। लोकाचारी है, एक गुरु का मार्ग है। जिथे लोकाचारी है उत्थे गुरु का मार्ग नहीं, जिथे गुरु का मार्ग है उत्थे लोकाचारी नहीं होंदी। तो ये असीं गुरु अगे अरदास करनी है, महाराज सच्चे पातशाह सानू अपनी मत देना, गुरमत की सोझी बख्शना। असीं लोकाचारी तो उपर उठ के बिना किसी डर तो, बिना किसी संकोच तो असीं अगला हुण जीवन जीव सकीए। पंजां विचों उस पंज एक प्यारे ने अरदास करनी सतगुरु दे अगे, भाव असीस लई, शुकराने लई अते भविख दे आउण वाले जीवन में सहायता लई गुरु दे अगे अरदास जिहड़ी है वो कीती जांदी है। तो इत्थे फिर लिखा गया है, ताबिया बैठा सिंह हुक्म लवे। जिन्हां ने अमृत छकिया है उन्हां विचों जे किस दा नाम अगे श्री गुरु ग्रंथ साहिब जी तो नहीं रखिया होया तो उसका नाम हुण बदला के रखिया जाए। ਇਹਦਾ मतलब ये है ਆਪਾਂ जन्म के नाम संस्कार ਵਿੱਚ ਦੀ व्याख्या डिटेल सहित कर चुके हैं। अरदास उपरंत हुक्म लिया जाता है। इत्थे भी लफ्ज देखो हुक्म लिखा है, इत्थे भी हुक्मनामा नहीं लिखा। मैं पहला भी बेनती की सी कि हुक्मनामा लिखती तौर पर जिहड़ा गुरु साहब भेजते सी उहनूं हुक्मनामा कहा जाता सी। जिहड़ा गुरु ग्रंथ साहिब विच अरदास करके सवेरे उहनूं हुक्म कहा जाए सतगुरु ने अज की हुक्म बख्शिया है। हुक्मनामा नहीं असीं आम लफ्ज़ां च हुक्मनामा वरत लैंदे हाँ, लेकिन जो शब्दावली सोहनी लगती है हुक्म है भी अज दा गुरु जी का हुक्म की है। तो वो सानू शब्दावली का भी थोड़ा बहुत ख्याल जिहड़ा है रखना चाहिए है। फिर इहदे च लिखिया बड़ा स्पष्ट है कि जेकर अमृत छकण वालियां विचों किसी का नाम पहला श्री गुरु ग्रंथ साहिब जी तो नहीं रखा गया, भावें बाहरले मत विचों किसी होर मत विचों आउण कारण जां किसी होर सवाब नाल जां किसी होर कारण करके, ते फिर जिहड़ी रहत मर्यादा दा पेज नंबर 21 आया सी ਉਹਦੇ ਵਿੱਚ दसी हुई मर्यादा अनुसार ਉਹਦਾ नाम बदला के रखिया जाए, उसका नाम जिहड़ा है बदला के रखिया जाए। एक मिनट जी, वो जी पन्ना नंबर 21 के उत्ते मर्यादा वर्णन की गई सी, उहदे अनुसार उसका नाम जिहड़ा है वो रखा जाए। क्योंकि हर सिख का नाम श्री गुरु ग्रंथ साहिब जी विचों आए हुक्म के अनुसार ही रखा जाने की मर्यादा है। जेकर ऐसा नहीं तो फिर हुण जिहड़ा हुक्म आया है उहदे नाल नाम रख के नाम कौर ते सिंह जिहड़ा है वो रख दिता जाए, उस नाम के नाल ही उसनूं अग्गों तो जाणिया जाए जां बुलाया जाए जां कीता जाए। क्योंकि सिख धर्म की नाम संस्कार की अपनी अहमियत है, अपनी इंपोर्टेंस है सिख धर्म दे विच। इस वास्ते ये जे किसी का नाम पहला नहीं रखा गया तो उन्होंने नाम जिहड़ा है रखना चाहिए। फिर अंत विच कड़ा प्रसाद वरते, जहाज चढ़े सारे सिंह ते सिंघणियां इक्को बाणे विचों कड़ा प्रसाद रल के छकण। हुक्म लैण तो बाद कड़ा प्रसाद दा वरताया जांदा। पंजां प्यारिਆਂ ਨੂੰ ਵਰਤਾਉਣ ਅਤੇ ਤਾਬਿਆ बैठे ਸਿੰਘ ਦਾ ਜਦੋਂ ਵਰਤਾਰਾ ਰੱਖਣ ਤੋਂ ਬਾਅਦ ਅੰਮ੍ਰਿਤ ਛਕਣ ਵਾਲੇ ਸਿੰਘਾਂ ਤੇ ਸਿੰਘਣੀਆਂ ਨੂੰ ਇੱਕੋ ਬਾਟੇ ਵਿੱਚ ਪ੍ਰਸ਼ਾਦ ਪਾ ਕੇ ਦਿੱਤਾ ਜਾਂਦਾ, ਫਿਰ ਉਹ ਰਲ ਕੇ ਛਕਣ। ਇਹਨਾਂ ਦੀ ਗਿਣਤੀ ਵੱਧ ਹੋਣ ਦੀ ਜੋ ਬਹੁਤ ਜ਼ਿਆਦਾ ਗਿਣਤੀ ਹੈ
ਤਾਂ ਫਿਰ ਗਰੁੱਪ ਬਣਾ ਕੇ ਪ੍ਰਸ਼ਾਦ ਦਿੱਤਾ ਜਾ ਸਕਦਾ ਹੈ। ਹੁੰਦਾ ਕੀ ਹੈ, ਜਦੋਂ ਅਸੀਂ ਅੰਮ੍ਰਿਤਪਾਨ ਕਰਦੇ ਹਾਂ ਤਾਂ ਇਹ ਇਸ ਵਾਰ ਇੱਕ ਬਾਟੇ ਚੋਂ ਮੈਨੂੰ ਯਾਦ ਹੈ, ਜਦੋਂ ਅਸੀਂ ਅੰਮ੍ਰਿਤਪਾਨ ਕੀਤਾ ਸੀ ਇਹ 1978 ਦੇ ਵਿੱਚ, ਤਾਂ ਸਾਡੇ ਇਸ ਤਰ੍ਹਾਂ 8-8 10-10 ਦੇ ਗਰੁੱਪ ਬਣਾਤੇ ਸੀ, ਕਿਉਂਕਿ ਸਾਡੇ ਸੰਗਤ ਜ਼ਿਆਦਾ ਸੀ ਅੰਮ੍ਰਿਤਪਾਨ ਕਰਨ ਵਾਲੀ, ਖੰਡੇ ਬਾਟੇ ਦੀ ਪਹੁਲ ਲੈਣ ਵਾਲੀ ਸੰਗਤ ਜ਼ਿਆਦਾ ਸੀ, ਤਾਂ ਉਹਨਾਂ ਨੇ ਗਰੁੱਪ ਬਣਾਤੇ ਸੀ। ਉਹਦੇ ਵਿੱਚ ਬਾਟੇ ਰੱਖ ਕੇ ਤੇ ਬਾਟਿਆਂ ਦੇ ਵਿੱਚ ਪ੍ਰਸ਼ਾਦ ਪਾਇਆ ਸੀ, ਕੜਾਹ ਪ੍ਰਸ਼ਾਦ, ਖੁੱਲਾ ਗੱਫਾ ਵਰਤਾਇਆ ਜਾਂਦਾ, ਚੰਗਾ ਰੱਜ ਕੇ ਘਰ 'ਚ ਖਾਣ ਨੂੰ ਮਿਲਦਾ। ਉਦੋਂ ਫਿਰ ਇਸ ਤਰ੍ਹਾਂ ਚੁੱਕ ਕੇ ਇਹ ਹੱਥ ਤੇ ਰੱਖ ਕੇ ਨਹੀਂ ਖਾਣ ਦੀ ਆਦਤ ਹੈ, ਤੁਸੀਂ ਇਸ ਤਰ੍ਹਾਂ ਵਿੱਚੋਂ ਹੱਥ ਨਾਲ ਚੁੱਕਣਾ ਤੇ ਇਸ ਤਰ੍ਹਾਂ ਖਾਣਾ ਇਹ ਪਰੰਪਰਾ। ਤਦ ਕਿ ਤੁਹਾਡੇ ਅੰਦਰੋਂ ਸੁੱਚ ਪਿੱਟ ਵਹਿਮ ਦਾ ਕਿ ਉੱਚੀ ਦਾ ਨੀਵੀਂ ਜਾਤ ਦਾ ਭਰਮ ਭਾਵ ਜਿਹੜਾ ਉਹ ਮਿਟ ਜਾਏ। ਇਸ ਕਰਕੇ ਉਦੋਂ ਇਸ ਢੰਗ ਦੇ ਨਾਲ ਪ੍ਰਸ਼ਾਦ ਛਕਣ ਦੀ ਜਿਹੜੀ ਗੱਲਬਾਤ ਹੈ ਉਹ ਕੀਤੀ ਜਾਂਦੀ ਹੈ। ਤੋਂ ਅੰਮ੍ਰਿਤ ਛਕਣ ਤੋਂ ਬਾਅਦ ਅਸੀਂ ਕਹਿੰਦੇ ਹਾਂ ਗੁਰੂ ਦੇ ਜਹਾਜ਼ ਤੇ ਜਾਂ ਗੁਰਮਤਿ ਦੇ ਜਹਾਜ਼ ਤੇ ਸਵਾਰ ਹੋਏ ਸਾਰੇ ਹੀ ਸਿੱਖ ਪਿਆਰੇ ਜੈ ਸੰਸਾਰ ਭਗਲ ਤੋਂ ਪਾਰ ਕਰਨ ਲਈ, ਜਿਨ੍ਹਾਂ ਨੂੰ ਹੁਣ ਗੁਰੂ ਨੂੰ ਉਹਨਾਂ ਦਾ ਮਲਾਹ ਬਣ ਗਿਆ ਹੈ, ਗੁਰੂ ਨੂੰ ਉਹਨਾਂ ਨੇ ਆਪਣਾ ਮਲਾਹ ਚੁਣ ਲਿਆ, ਕਿਉਂਕਿ ਹਰ ਬੋਇਤ ਚੜ੍ਹਵੜ ਭਾਗੀ ਲੰਘੇ ਗੁਰੂ ਖੇਵੜ ਸ਼ਬਦ ਤਰਾਏ, ਗੁਰੂ ਪਾਤਸ਼ਾਹ ਦਾ ਬਚਨ ਵੀ ਹੈ 572 ਅੰਕ ਦੇ ਉੱਤੇ। ਉਹਨਾਂ ਸਾਰਿਆਂ ਨੇ ਇੱਕੋ ਬਾਟੇ ਚੋਂ ਰਲ ਕੇ ਪ੍ਰਸ਼ਾਦ ਛਕਣਾ ਹੈ। ਇੱਕੋ ਬਾਟੇ ਦਾ ਅੰਮ੍ਰਿਤਪਾਨ ਕਰਨ ਕਰਕੇ ਇੱਕੋ ਹੀ ਬਾਟੇ ਵਿੱਚੋਂ ਕੜਾਹ ਪ੍ਰਸ਼ਾਦ ਦੇ ਗੱਪੇ ਛਕ ਕੇ, ਜੇਕਰ ਹਾਲੇ ਵੀ ਕੋਈ ਵੱਖਰੀ ਵੱਖਰੀ ਮਰਿਆਦਾ ਸੂਚ ਤੇ ਰਹਿਤਾਂ ਕੁਰੈਤਾਂ ਦਾ ਭਾਰ ਆਪਣੇ ਸਿਰ ਤੇ ਚੁੱਕੀ ਫਿਰਦਾ, ਜਾਂ ਵਹਿਮਾਂ ਭਰਮਾਂ ਪਖੰਡਾਂ ਦੀ ਪੰਡ ਉਹਦੇ ਸਿਰ ਤੋਂ ਨਹੀਂ ਲੱਥੀ, ਤਾਂ ਫਿਰ ਉਹ ਭਾਗਹੀਨ ਹੀ ਹੈ, ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਉਸ ਨੂੰ ਭਾਗ ਹੀ ਨਹੀਂ ਕਿਹਾ ਜਾ ਸਕਦਾ। ਉਹ ਸਪਸ਼ਟ ਗੱਲ ਇਹ ਹੈ ਕਿ ਜੇ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਸਾਡੇ ਅੰਦਰ ਅਜੇ ਪਖੰਡ ਵਹਿਮ ਭਰਮ ਜਾਂ ਮੌਲੀਆਂ ਬੰਨਣੀਆਂ ਜਾਂ ਹੋਰ ਕੰਮ ਕਰਨੇ ਅਜੇ ਉਸੇ ਤਰ੍ਹਾਂ ਹੀ ਰੀਤੀ ਰਿਵਾਜ ਸਾਡੇ ਚੱਲ ਰਹੇ ਹਨ, ਤਾਂ ਫਿਰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਾਡੇ ਤੇ ਅਜੇ ਅਸੀਂ ਗੁਰੂ ਵਾਲੇ ਸਿਰਫ ਇੱਕ ਫਾਰਮੈਲਿਟੀ ਕਰਕੇ ਬਣੇ ਆ, ਅੰਸਰ ਵਿੱਚ ਸਾਨੂੰ ਗੁਰਮਤਿ ਦੀ ਸਮਝ ਨਹੀਂ ਆਈ। ਕਿਉਂਕਿ ਗੁਰਮਤਿ ਇੱਕ ਐਸਾ ਮਾਰਗ ਹੈ, ਐਸਾ ਸਿਧਾਂਤ ਹੈ, ਐਸਾ ਰਸਤਾ ਹੈ ਜਿਹਦੇ ਤੇ ਚੱਲ ਕੇ ਗੁਰੂ ਦੇ ਨਾਲ ਸਾਡਾ ਮਿਲਾਪ ਹੋਣਾ, ਭਾਵ ਜਿਹਦੇ ਨਾਲ ਚੱਲ ਕੇ ਅਸੀਂ ਆਪਣੀ ਜੋਤ ਨੂੰ ਪਰਮ ਜੋਤ ਪਰਮੇਸ਼ਰ ਦੇ ਵਿੱਚ ਲੀਨ ਕਰਨਾ ਹੈ। ਇੱਕੋ ਹੀ ਮਾਰਗ ਹੈ ਸਾਡੇ ਕੋਲ, ਗੁਰੂ ਦੇ ਸਿੱਖ ਕੋਲ, ਉਹ ਹੈ ਗੁਰਮਤਿ ਦਾ ਮਾਰਗ। ਕਿਉਂਕਿ ਜਿਹੜਾ ਵੀ ਇਸ ਮਾਰਗ ਤੇ ਚੱਲੇਗਾ, ਜਿਹੜਾ ਵੀ ਇਸ ਮਾਰਗ ਦੇ ਉੱਤੇ ਕਦਮ ਰੱਖੇਗਾ, ਜਿਹੜਾ ਵੀ ਗੁਰੂ ਅੱਗੇ ਪ੍ਰਾਰਥਨਾ ਕਰਕੇ ਆਪਣੇ ਆਪ ਨੂੰ ਆਤਮ ਸਮਰਪਣ ਕਰ ਦੇਗਾ, ਸਰੈਂਡਰ ਕਰ ਦੇਗਾ, ਤੇ ਅੰਮ੍ਰਿਤਪਾਨ ਕਰਨਾ ਵੀ ਸਰੈਂਡਰ ਹੈ, ਗੁਰੂ ਅੱਗੇ ਸਰੈਂਡਰ ਕਰ ਦੇਗਾ, ਗੁਰੂ ਨੂੰ ਆਪਣੀ ਮੱਤ ਛੱਡ ਕੇ ਗੁਰੂ ਦੀ ਮੱਤ ਨੂੰ ਗ੍ਰਹਿਣ ਕਰ ਲਏਗਾ, ਫਿਰ ਸਤਿਗੁਰ ਕੀ ਜਿਸ ਨੂੰ ਮਤਿ ਆਵੇ ਸੋ ਸਤਿਗੁਰ ਮਾਹੇ ਸਮਾਣਾ। ਇਹ ਬਾਣੀ ਜੋ ਜਿਉ ਜਾਣੇ ਤਿਸ ਅੰਤਰ ਰਵੇ ਹਰ ਨਾਮਾ। ਇਹ ਬਾਣੀ ਜਿਉ ਜਾਣਨ ਦੀ ਗੱਲ ਕੀਤੀ ਗਈ ਹੈ। ਇੱਥੇ ਜਿਉ ਜਾਣਨ ਦਾ ਵਿਧਾਨ ਹੈ, ਨਾ ਕਿ ਉਤੋਂ ਉਤੋਂ ਫਾਰਮੈਲਿਟੀ ਕਰਨ ਦਾ ਵਿਧਾਨ ਹੈ। ਜੇ ਜਿਉ ਜਾਣਨ ਦੀ ਗੱਲ ਹੈ ਤਾਂ ਜਿਉ ਨਿਰਮਲ ਬਾਹਰੋਂ ਨਿਰਮਲ ਦੀ ਗੱਲ ਕੀਤੀ ਗਈ, ਜਿਉ ਮੈਲੇ ਬਾਹਰੋਂ ਨਿਰਮਲ ਦਾ ਸਿਧਾਂਤ ਨਹੀਂ ਦਿੱਤਾ ਗਿਆ। ਗੁਰਮਤਿ ਦਾ ਮਾਰਗ ਪੂਰਨ ਤੌਰ ਦੇ ਉੱਤੇ ਆਪਣੇ ਆਪ ਦੀ ਅੰਦਰ ਤੇ ਬਾਹਰ ਦੋਨਾਂ ਦੀ ਪਵਿੱਤਰਤਾ ਹੈ। ਬਾਹਰ ਸਾਡੀ ਪੰਜ ਕਕਾਰੀ ਰਹਿਤ ਹੈ, ਰਹਿਤਾਂ ਤੋਂ ਬਚਣਾ ਹੈ, ਤੇ ਅੰਦਰ ਨੇਤਰੇਮ ਦੀਆਂ ਬਾਣੀਆਂ ਦੇ ਨਾਲ ਵਿਚਾਰ ਕੇ, ਸੁਣ ਕੇ, ਪੜ੍ਹ ਕੇ ਉਹਨਾਂ ਦੇ ਨਾਲ ਆਪਣੇ ਜੀਵਨ ਦੇ ਵਿੱਚ ਗੁਰਮਤਿ ਗਾੜੀ ਰਾਹ ਤੇ ਚੱਲਣਾ ਹੈ। ਜੋ ਅੰਦਰ ਦੀ ਸਿੱਖੀ ਹੈ, ਦੋ ਤਰ੍ਹਾਂ ਦਾ ਸਿੱਖੀ ਦਾ ਮਾਰਗ ਹੈ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਜੀ ਮੇਰੇ ਕੋਲ ਅੰਦਰ ਦੀ ਸਿੱਖੀ ਤਾਂ ਹੈ, ਬਾਹਰ ਦੀ ਸਿੱਖੀ ਦੀ ਕੀ ਕਰਨੀ, ਇਹਦੀ ਲੋੜ ਕੀ ਹੈ, ਤਾਂ ਵਿਖਾਵਾ ਪਖੰਡ ਹੈ। ਪਰ ਮੇਰੀ ਇਹ ਬੇਨਤੀ ਹੈ ਕਿ ਅੰਦਰ ਦੀ ਰਹਿਤ ਬਾਹਰਲੀ ਰਹਿਤ ਨਾਲੋਂ ਬੜੀ ਔਖੀ ਹੈ। ਅੰਦਰ ਦੀ ਰਹਿਤ ਬਾਹਰਲੀ ਰਹਿਤ ਨਾਲੋਂ ਬਹੁਤ ਜ਼ਿਆਦਾ ਹੀ ਔਖੀ ਹੈ, ਕਠਿਨ ਹੈ, ਘਾਲ ਘਾਲਣੀ ਪੈਂਦੀ ਹੈ, ਕਰੜੀ ਤਪੱਸਿਆ ਹੈ ਜਿਹੜੀ ਅੰਦਰ ਦੀ ਰਹਿਤ ਹੈ, ਜਿਹੜੀ ਗੁਰੂ ਰਾਮਦਾਸ ਮਹਾਰਾਜ ਨੇ ਸਾਨੂੰ ਗੋੜੀ ਰਾਗ ਦੇ ਵਿੱਚ ਦੱਸੀ ਹੈ। ਗੁਰ ਸਤਿਗੁਰੂ ਕਾ ਜੋ ਸਿੱਖ ਖਾਏ ਸੋ ਭਲਕੇ ਉਹ ਹਰਨਾਮ ਤੇ ਆਵੇ। ਪੂਰਾ ਸ਼ਬਦ ਪੜ੍ਹ ਕੇ ਦੇਖੋ, ਅੰਦਰ ਦੀ ਰਹਿਤ ਦੀ ਤੋਂ ਗੱਲ ਕੀਤੀ ਹੈ। ਉਹ ਬਾਹਰਲੀ ਰਹਿਤ ਕੁਛ ਵੀ ਨਹੀਂ ਉਹਦੇ ਮੁਕਾਬਲੇ ਦੇ ਉੱਤੇ। ਅੰਦਰ ਦੀ ਰਹਿਤ ਰੱਖਣੀ ਤਾਂ ਬੜੀ ਔਖੀ ਚੀਜ਼ ਹੈ। ਜਦੋਂ ਅਸੀਂ ਕਹਿੰਦੇ ਨੇ ਚਲੋ ਸਾਡਾ ਮਨ ਸਾਫ਼ ਹੈ, ਸਾਡਾ ਦਿਲ ਸਾਫ਼ ਹੈ, ਅਸੀਂ ਅੰਮ੍ਰਿਤਪਾਨ ਨਹੀਂ ਕੀਤਾ ਫਿਰ ਕੀ ਹੋਇਆ, ਜਾਂ ਸਾਡੇ ਅਸੀਂ ਇਸ ਮਾਰਗ ਤੇ ਚੱਲੇ ਪਰ ਸਾਡਾ ਹੈ ਤਾਂ ਮਨ ਸਾਫ਼। ਤਾਂ ਮੈਂ ਬਾਰ-ਬਾਰ ਇਹ ਬੇਨਤੀ ਕਰ ਰਿਹਾ ਵੀ ਸਾਰੀ ਜ਼ਿੰਦਗੀ ਅੰਮ੍ਰਿਤਪਾਨ ਕਰਕੇ ਵੀ ਸਾਡੀ ਇਹੋ ਹੀ ਕੋਸ਼ਿਸ਼ ਹੈ ਵੀ ਸਾਡਾ ਅੰਦਰਲਾ ਸਾਫ਼ ਹੋ ਜਾਏ। ਅਸੀਂ ਤਾਂ ਕਹਿੰਦੇ ਸਾਡਾ ਮਨ ਸਾਫ਼ ਹੈ,
ਪਰ ਮੈਂ ਬੇਨਤੀ ਕਰ ਰਿਹਾ ਵੀ ਸਾਰੀ ਜ਼ਿੰਦਗੀ ਸਾਡਾ ਇਹੋ ਹੀ ਨਿਸ਼ਾਨਾ ਹੈ ਵੀ ਸਾਡਾ ਅੰਦਰਲਾ ਸਾਫ਼ ਹੋ ਜਾਏ, ਨਿਰਮਲ ਹੋ ਜਾਏ, ਤਦ ਕਿ ਨਿਰਮਲ ਵਿੱਚ ਨਿਰਮਲ ਚੀਜ਼ ਹੀ ਜਿਹੜੀ ਹੈ ਉਹ ਸਮਾ ਸਕਦੀ ਹੈ। ਜੇ ਪ੍ਰਭੂ ਨਿਰਮਲ ਹੈ ਤੇ ਅਸੀਂ ਵੀ ਅੰਦਰੋਂ ਨਿਰਮਲ ਹੋਵਾਂਗੇ ਤਾਂ ਉਹਦੇ ਸਮਾ ਸਕਦੇ ਹਾਂ। ਜੇ ਅਸੀਂ ਨਿਰਮਲ ਨਹੀਂ ਹਾਂ, ਮੈਲੇ ਹਾਂ, ਜਿਉਂ ਮੈਲੇ ਬਾਹਰੋਂ ਨਿਰਮਲ ਹਾਂ, ਤਾਂ ਫਿਰ ਸਾਡੇ ਉਹਦੇ ਚ ਸਮਾਉਣ ਦੀ ਗੱਲ ਅਸੰਭਵ ਜਿਹੀ ਜਾਪਦੀ ਹੈ। ਇਸ ਵਾਸਤੇ ਇਹ ਗੱਲ ਜਿਹੜੀ ਲਿਖੀ ਗਈ ਹੈ ਬਈ ਕੜਾਹ ਪ੍ਰਸ਼ਾਦ ਦੀ ਜਦੋਂ ਇਹ ਕਹਿ ਰਹੀ ਵੀ ਅੰਮ੍ਰਿਤ ਸੰਸਕਾਰ ਦੀ ਤੋਂ ਸਮਾਪਤੀ ਹੁੰਦੀ ਹੈ, ਤਾਂ ਉੱਥੇ ਇਸ ਗੱਲ ਸਾਰੀ ਸਮਝਾ ਦਿੱਤੀ ਗਈ ਹੈ ਵੀ ਸਾਡਾ ਅੰਮ੍ਰਿਤ ਪਾਨ ਕਰਨ ਦਾ ਮਨੋਰਥ ਕੀ ਹੈ। ਇੱਕੋ ਬਾਟੇ ਚੋਂ ਕੜਾਹ ਪ੍ਰਸ਼ਾਦ ਛਕਣ ਦਾ ਮਤਲਬ ਸਾਡੀ ਜ਼ਿੰਦਗੀ ਦੇ ਵਿੱਚੋਂ ਕੋਈ ਵਹਿਮ ਭਰਮ ਪਖੰਡ ਜਾਤ ਊਚ ਨੀਚ ਜਾਤ ਦਾ ਗਰਭ ਇਹ ਕੁਛ ਨਹੀਂ ਹੋਣਾ ਚਾਹੀਦਾ। ਜੇ ਅਜੇ ਵੀ ਅਸੀਂ ਇਹਨਾਂ ਵਹਿਮਾਂ ਭਰਮਾਂ ਵਿੱਚ ਪਖੰਡਾਂ 'ਚ ਫਸੇ ਹੋਏ ਹਾਂ ਤਾਂ ਫਿਰ ਸਾਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ ਅਸੀਂ ਉਸ ਸਿਰਫ ਬਾਹਰੋਂ ਕਰ ਰਹੇ ਹਾਂ, ਅੰਦਰੋਂ ਅਸੀਂ ਨਹੀਂ ਗੁਰੂ ਨਾਲ ਮਿਲੇ। ਤਾਂ ਨਿਤਨੇਮ ਦੀਆਂ ਜਿੱਥੋਂ ਨਾਮ ਸੰਸਕਾਰ ਬਾਰੇ ਕੋਈ ਮੈਸੇਜ ਹੈ ਤੇ ਮੈਸੇਜ ਵੀ ਇਹ ਨਾਲੋਂ ਨਾਲ ਸਪਸ਼ਟ ਕਰੀ ਜਾਈਏ। ਨਾਮ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੁਕਮ ਲੈ ਕੇ ਆਏ ਰੱਖਣ ਅਨੁਸਾਰ ਨਿਤਨੇਮ ਦੀਆਂ ਬਾਣੀ ਵਿੱਚੋਂ ਕਿਸੇ ਬਾਣੀ ਵਿੱਚੋਂ ਤੁਕ ਉੱਤੇ ਰੱਖ ਸਕਦੇ ਹਾਂ ਕਿ ਨਹੀਂ ਰੱਖ ਸਕਦੇ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਰੱਖਣ ਦਾ ਵਿਧਾਨ ਹੈ। ਇਸ ਵਾਸਤੇ ਸਾਨੂੰ ਨਾਮਕਰਨ ਜਦੋਂ ਅਸੀਂ ਪੜ੍ਹਿਆ ਸੀ ਜਨਮ ਤੇ ਨਾਮ ਸੰਸਕਾਰ, ਉਹਦੇ ਵਿੱਚ ਸਾਰੀ ਗੱਲ ਕਲੀਅਰ ਅਸੀਂ ਕੀਤੀ ਸੀ ਕਿ ਅਸੀਂ ਕਿਸੇ ਇੱਕ ਸਪੈਸ਼ਲ ਬਾਣੀ ਦੇ ਵਿੱਚੋਂ ਨਾਮ ਚੁਣ ਕੇ ਨਹੀਂ ਰੱਖ ਸਕਦੇ। ਜਿਹੜਾ ਵਿਧਾਨ ਗੁਰੂ ਬਾਬੇ ਗੁਰੂ ਪੰਥ ਨੇ ਸਾਨੂੰ ਬਖਸ਼ਿਆ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਕੇ ਹੁਕਮ ਲੈਣਾ, ਪਹਿਲੇ ਅੱਖਰ ਤੋਂ ਨਾਮ ਤਜਵੀਜ਼ ਕਰੇ ਤੇ ਉਹ ਨਾਮ ਸੰਗਤ ਵਿੱਚ ਰੱਖਿਆ ਜਾਵੇ, ਸ਼ੁਕਰਾਨੇ ਦੀ ਅਰਦਾਸ ਕੀਤੀ ਜਾਵੇ ਤੇ ਪ੍ਰਵਾਨਗੀ ਲੈਣ ਤੋਂ ਬਾਅਦ ਸੰਗਤ ਵਿੱਚ ਉਹਦਾ ਨਾਮ ਅਨਾਉਂਸ ਕੀਤਾ ਜਾਵੇ। ਬੱਚਾ ਹੈ ਤਾਂ ਸਿੰਘ, ਬੱਚੀ ਹੈ ਤਾਂ ਕੌਰ ਲਫ਼ਜ਼ ਨਾਲ ਲਾਇਆ ਜਾਵੇ। ਉਸ ਤੋਂ ਬਾਅਦ ਸ਼ੁਕਰਾਨੇ ਦੀ ਅਰਦਾਸ ਕੀਤੀ ਜਾਵੇ ਔਰ ਗੁਰੂ ਪਾਤਸ਼ਾਹ ਦੇ ਅੱਗੇ ਗਿਰਦਬਾਣੀ ਦੀ ਲਾਜ ਦੀ ਗੱਲ ਜਿਹੜੀ ਹੈ ਉਹ ਕੀਤੀ ਜਾਵੇ। ਕੋਈ ਵੀ ਸਵਾਲ ਜਿਹੜਾ ਹੋਏਗਾ ਅਸੀਂ ਕਲਾਸ ਦੀ ਸਮਾਪਤੀ ਤੋਂ ਬਾਅਦ ਪਲੀਜ਼ ਲਵਾਂਗੇ। ਇਸ ਵਾਸਤੇ ਵਿੱਚੋਂ ਅਸੀਂ ਸਵਾਲ ਨਹੀਂ ਲੈ ਸਕਦੇ। ਆਪ ਜੀ ਨੂੰ ਬੇਨਤੀ ਹੈ ਕਿ ਉਸ ਤੋਂ ਬਾਅਦ ਜਿਹੜੀ ਵੀ ਹੈ ਸਵਾਲ ਆਪ ਜੀ ਉਹਦਾ ਕਰ ਲੈਣਾ ਪਲੀਜ਼। ਤਾਂ ਇੱਥੇ ਸਪਸ਼ਟ ਗੱਲ ਹੋ ਗਈ ਕਿ ਅੰਮ੍ਰਿਤ ਛਕਣ ਦਾ ਪ੍ਰਯੋਜਨ ਜਾਂ ਖੰਡੇ ਬਾਟੇ ਦੀ ਪਹੁਲ ਲੈਣ ਦਾ ਪ੍ਰਯੋਜਨ ਕੇਵਲ ਪਖੰਡ ਨਹੀਂ ਹੈ, ਕੇਵਲ ਬਾਹਰਲਾ ਦਿਖਾਵਾ ਨਹੀਂ ਹੈ। ਇਹ ਆਪਣੇ ਜੀਵਨ ਨੂੰ ਸਵਾਰਨਾ ਹੈ, ਜੀਵਨ ਨੂੰ ਸ਼ਿੰਗਾਰਨਾ ਹੈ, ਜੀਵਨ ਨੂੰ ਬਣਾਉਣਾ ਹੈ। ਇਸ ਵਾਸਤੇ ਇਹ ਸਾਰੀ ਮਰਿਆਦਾ ਪੰਜ ਪਿਆਰੇ ਜਿਹੜੇ ਦੱਸਦੇ ਹਨ, ਨਿਭਾਉਂਦੇ ਹਨ, ਤੇ ਇਹ ਸਾਰੀ ਇੱਥੇ ਦੀ ਸਮਾਪਤੀ ਹੋ ਜਾਂਦੀ। ਪਰ ਅੱਗੇ ਜਾ ਕੇ ਸਾਡਾ ਹੈਡਿੰਗ ਆਉਂਦਾ ਹੈ ਤਨਖਾਹ ਲਾਉਣ ਦੀ ਵਿਧੀ। ਜਿਸ ਕਿਸੇ ਸਿੱਖ ਪਾਸੋਂ ਰਹਿਤ ਦੀ ਕੋਈ ਭੁੱਲ ਹੋ ਜਾਵੇ ਉਹ ਨੇੜੇ ਹੀ ਗੁਰੂ ਸੰਗਤ ਪਾਸ ਹਾਜ਼ਰ ਹੋਵੇ ਤੇ ਸੰਗਤ ਦੇ ਸਾਹਮਣੇ ਖੜੇ ਹੋ ਕੇ ਆਪਣੀ ਭੁੱਲ ਮੰਨੇ। ਦੇਖੋ ਅਗਲੀ ਫੇਰ ਪਹਿਲਾਂ ਆਪਣੀ ਭੁੱਲ ਨੂੰ ਮੰਨਣਾ ਹੈ। ਸਭ ਤੋਂ ਪਹਿਲੀ ਜਿਹੜੀ ਗੱਲ ਹੈ ਆਪਣੀ ਭੁੱਲ ਮੰਨਣੀ ਹੈ। ਧਰਮ ਦੀ ਤੇ ਮਰਿਆਦਾ ਦੇ ਵਿਰੁੱਧ ਕਿਸੇ ਪਾਸੋਂ ਕੋਈ ਗਲਤੀ ਹੋ ਜਾਵੇ ਤਾਂ ਗੁਰੂ ਦੀ ਭੈ ਭਾਵਨੀ ਵਿੱਚ ਰਹਿਣ ਵਾਲੇ ਸਿੰਘ ਨੂੰ ਹਮੇਸ਼ਾ ਹੀ ਆਪਣੀ ਭੁੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਮੈਂ ਗਲਤੀ ਕਰ ਬੈਠਾ, ਮੇਰੀ ਇਹ ਭੁੱਲ ਹੈ। ਆਪਣੀ ਭੁੱਲ ਦਾ ਅਹਿਸਾਸ ਹੋਣਾ ਇੱਕ ਸਭ ਤੋਂ ਵੱਡੀ ਅਸਲ ਵਿੱਚ ਸਜ਼ਾ ਹੈ। ਕਿ ਸੱਚਮੁੱਚ ਪੁੱਛੋਗੇ ਆਪਣੀ ਗਲਤੀ ਦਾ ਅਹਿਸਾਸ ਹੋ ਜਾਣਾ ਹੀ ਇਹ ਸਭ ਤੋਂ ਵੱਡੀ ਸਜ਼ਾ ਹੁੰਦੀ ਹੈ। ਜੇ ਸਾਨੂੰ ਆਪਣੀ ਗਲਤੀ ਜਾਂ ਆਪਣੀ ਭੁੱਲ ਦਾ ਅਹਿਸਾਸ ਨਹੀਂ ਹੈ ਤਾਂ ਫਿਰ ਅਸੀਂ ਉਸ ਭੁੱਲ ਨੂੰ ਸੁਧਾਰਨ ਲਈ ਯਤਨ ਨਹੀਂ ਕਰ ਸਕਦੇ। ਇਸ ਵਾਸਤੇ ਜਦੋਂ ਵੀ ਇਹ ਲੱਗਦਾ ਵੀ ਮੈਂ ਗਲਤੀ ਕੀਤੀ ਹੈ ਜਾਂ ਮੇਰਾ ਹੋ ਗਈ ਹੈ, ਜਾਣੇ ਜਾਂ ਅਣਜਾਣੇ ਵਿੱਚ ਕੋਈ ਗਲਤੀ ਹੋ ਗਈ ਹੈ, ਚੰਚੇਤ ਕੋਈ ਗਲਤੀ ਹੋ ਗਈ ਹੈ, ਤਾਂ ਉਹ ਗੁਰੂ ਸੰਗਤ ਦੇ ਸਨਮੁਖ ਹਾਜ਼ਰ ਹੋਵੇ ਤੇ ਸੰਗਤ ਦੇ ਮੁਖੀ ਭਾਵ ਗ੍ਰੰਥੀ ਸਿੰਘ ਜਾਂ ਹੋਰ ਜਿਹੜੇ ਮੁੱਖ ਕੋਈ ਸੰਗਤ ਵਿੱਚ ਗੁਰੂ ਪਿਆਰੇ ਹਨ ਉਹਨਾਂ ਨੂੰ ਆਪਣੇ ਹਾਜ਼ਰ ਹੋਣ ਦਾ ਮੰਤਵ ਦੱਸੇ ਤੇ ਫਿਰ ਸੰਗਤ ਦੇ ਸਨਮੁਖ ਰਹਿਤ ਦੀ ਚੁਕਾਈ ਪ੍ਰਤੀ ਆਪਣੀ ਭੁੱਲ ਨੂੰ ਮੰਨੇ ਤੇ ਖਿਮਾ ਲਈ ਬੇਨਤੀ ਕਰੇ। ਇਹਨੀਆਂ ਚੀਜ਼ਾਂ ਜਿਹੜੀਆਂ ਹਨ ਇਹ ਜਿਹੜੀਆਂ ਜ਼ਰੂਰੀ ਮੰਨੀਆਂ ਜਾਂਦੀਆਂ ਹਨ। ਤਾਂ ਮੈਂ ਬੇਨਤੀ ਕਰ ਰਿਹਾ ਕੋਈ ਵੀ ਗੁਰੂ ਕਾ ਸਿੱਖ ਜਾਂ ਇਹ ਦਾਅਵਾ ਨਹੀਂ ਕਰ ਸਕਦਾ ਕਿ ਜੀਵਨ ਵਿੱਚ ਉਸਨੇ ਰਹਿਤ ਵਿੱਚ ਕਦੀ ਕੋਈ ਭੁੱਲ ਨਹੀਂ ਕੀਤੀ। ਮੈਂ ਆਪ ਜੀ ਨੂੰ ਇਹ ਬੇਨਤੀ ਕਰਦਾ ਕਦੀ ਅਸੀਂ ਇਹ ਦਾਅਵਾ ਨਹੀਂ ਕਰ ਸਕਦੇ।
ਪਰ ਭੁੱਲ ਦਾ ਅਹਿਸਾਸ ਹੋਣ ਜਿਹੜਾ ਹੈ ਉਹ ਜਦੋਂ ਹੋ ਜਾਏ ਤਾਂ ਫਿਰ ਸਾਨੂੰ ਆਪਣੀ ਭੁੱਲ ਦੀ ਮਾਫੀ ਮੰਗਣੀ ਚਾਹੀਦੀ ਹੈ। ਸਿੱਖ ਭੁੱਲਣਹਾਰ ਹੈ, ਗੁਰੂ ਸਦਾ ਬਖਸ਼ਾਂਦ ਹੈ। ਗੁਰੂ ਕਦੀ ਵੀ ਅੜੀ ਨਹੀਂ ਕਰਦਾ, ਨਾ ਗੁਰੂ ਜਿੱਦ ਕਰਦਾ, ਗੁਰੂ ਹਮੇਸ਼ਾ ਬਖਸ਼ਾਂਦਾ ਹੈ। ਗੁਰੂ ਤਾਂ ਸਾਡਾ ਸਤਿਗੁਰੂ ਬਾਹਾਂ ਲਾਰ ਕੇ ਹਮੇਸ਼ਾ ਹੀ ਆਪਣੀ ਹਿੱਕ ਨਾਲ ਲਾਉਣ ਲਈ ਤਿਆਰ ਹੈ। ਗੁਰੂ ਤਾਂ ਹਮੇਸ਼ਾ ਹੀ ਸਾਡੇ ਗੁਨਾਹਾਂ ਨੂੰ ਮਾਫ ਕਰਨ ਵਾਲਾ ਹੈ। ਕੀਤੀ ਹੋਈਆਂ ਕੁਤਾਹੀਆਂ, ਕੀਤੀਆਂ ਹੋਈਆਂ ਬੇਵਫਾਈਆਂ, ਕੀਤੇ ਹੋਏ ਗੁਨਾਹਾਂ ਨੂੰ ਗੁਰੂ ਬਖਸ਼ ਦਿੰਦਾ ਹੈ। ਹਮਾਰੇ ਅਵਗੁਣ ਬਹੁਤ ਬਹੁਤ ਹੈ, ਉਹ ਬਾਰ-ਬਾਰ ਹਰ ਗਲਤ ਨਾ ਆਵੇ। ਸਾਡੇ ਤਾਂ ਅਵਗੁਣ ਹੀ ਇੰਨੇ ਨੇ, ਗਿਣੇ ਨਹੀਂ ਜਾ ਸਕਦੇ। ਪਰ ਗੁਰੂ ਅੱਗੇ ਮਿਹਨਤ, ਗੁਰੂ ਅੱਗੇ ਜੋਦੜੀ, ਗੁਰੂ ਅੱਗੇ ਤਰਲਾ ਉਹ ਸਾਨੂੰ ਕਰਨਾ ਚਾਹੀਦਾ ਹੈ। ਤਾਂ ਕਿਸੇ ਵੀ ਸਿੱਖ ਕੋਲੋਂ ਰਹਿਤ ਵਿੱਚ ਭੁੱਲ ਹੋਣ ਦੀ ਸੂਰਤ ਵਿੱਚ ਉਸਦੇ ਸਪਸ਼ਟ ਇਹ ਗੱਲ ਕੀਤੀ ਜਾਂਦੀ ਹੈ ਵੀ ਸੰਖੇਪ ਇਹਦੀਆਂ 4 ਮੱਦਾਂ ਅੱਗੇ ਆਉਂਦੀਆਂ ਨੇ, ਊੜਾ ਐੜਾ ਈੜੀ ਸੱਸਾ, 4 ਮੱਦਾਂ ਹਨ ਵੀ ਉਹਨੇ ਕੀ ਕਰਨਾ ਹੈ। ਤਾਂ 4 ਮੱਦਾਂ ਜਿਹੜੀਆਂ ਆਪਾਂ ਊੜਾ ਪਹਿਲਾਂ ਪੜ੍ਹਿਆ, ਜਿਸ ਕਿਸੇ ਪਾਸੋਂ ਰਹਿਤ ਦੀ ਕੋਈ ਭੁੱਲ ਹੋ ਜਾਵੇ ਤਾਂ ਉਹ ਨੇੜੇ ਦੇ ਗੁਰੂ ਸੰਗਤ ਦੇ ਪਾਸ ਹਾਜ਼ਰ ਹੋਵੇ ਅਤੇ ਸੰਗਤ ਦੇ ਸਨਮੁਖ ਖੜ ਕੇ ਆਪਣੀ ਭੁੱਲ ਮੰਨੇ। ਆਪਣੀ ਭੁੱਲ ਨੂੰ ਜਿਹੜਾ ਮੰਨਣਾ ਉਹ ਬੜਾ ਜ਼ਰੂਰੀ ਹੈ। ਫਿਰ ਦੂਜੀ ਅੱਗੇ ਪੰਕਤੀ ਹੈ, ਗੁਰੂ ਸੰਗਤ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ 5 ਪਿਆਰੇ ਚੁਣੇ ਜਾਣ, ਜੋ ਪੇਸ਼ ਹੋਏ ਸੱਜਣ ਦੀ ਭੁੱਲ ਨੂੰ ਵਿਚਾਰ ਕੇ ਗੁਰੂ ਸੰਗਤ ਪਾਸ ਤਨਖਾਹ ਜਾਂ ਦੰਡ ਤਜਵੀਜ਼ ਕਰਨ। ਸੰਗਤ ਨੂੰ ਬਖਸ਼ਣ ਵੇਲੇ ਹੱਥ ਨਹੀਂ ਕਰਨਾ ਚਾਹੀਦਾ, ਨਾ ਹੀ ਤਨਖਾਹ ਲਵਾਉਣ ਵਾਲੇ ਨੂੰ ਦੰਡ ਭਰਨ ਵਿੱਚ ਅੜੀ ਕਰਨੀ ਚਾਹੀਦੀ ਹੈ। ਤਨਖਾਹ ਕਿਸੇ ਕਿਸਮ ਦੀ ਸੇਵਾ ਖਾਸ ਕਰਕੇ ਜੋ ਹੱਥਾਂ ਨਾਲ ਕੀਤੀ ਜਾ ਸਕੇ ਲਾਉਣੀ ਚਾਹੀਏ। ਫਿਰ ਅੰਤ ਵਿੱਚ ਸੋਧ ਦੀ ਅਰਦਾਸ ਹੋਵੇ। ਇਹ 4 ਪੁਆਇੰਟ ਹਨ ਜਿਹੜੇ ਵਿਚਾਰਨ ਵਾਲੇ ਹਨ। ਤਾਂ ਪਹਿਲੀ ਬੇਨਤੀ ਹੈ ਆਪਣੀ ਭੁੱਲ ਨੂੰ ਸਵੀਕਾਰ ਕਰਨਾ। ਇਹ ਦੂਜੀ ਬੇਨਤੀ ਹੈ ਵੀ ਉਹ ਸੰਗਤ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ 5 ਪਿਆਰੇ ਚੁਣੇ ਜਾਣ। ਅੱਗੇ ਦੂਜੀ ਗੱਲ ਇਹ ਹੈ, ਸੰਖੇਪ ਰੂਪ ਵਿੱਚ ਆਪਾਂ ਗੱਲ ਕਰੀਏ ਕਿ ਸੁਧਾਈ ਲਈ ਸਿੱਖ ਨੇ ਜੇ ਭੁੱਲ ਹੋਈ ਹੈ ਤਾਂ ਸਥਾਨਕ ਗੁਰੂ ਸੰਗਤ ਦੇ ਸਾਹਮਣੇ ਖੁਦ ਹਾਜ਼ਰ ਹੋਣਾ ਹੈ। ਸਥਾਨਕ ਗੁਰੂ ਸੰਗਤ ਦੇ ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਗੁਰੂ ਸੰਗਤ ਸਾਹਮਣੇ ਖੁਦ ਹਾਜ਼ਰ ਹੋਣਾ ਹੈ। ਗੁਰੂ ਸੰਗਤ ਵਿੱਚੋਂ 5 ਪਿਆਰੇ ਚੁਣੇ ਜਾਣ, ਜੋ ਕੀਤੀ ਭੁੱਲ ਨੂੰ ਵਿਚਾਰ ਕੇ ਦੰਡ ਤਨਖਾਹ ਤਜਵੀਜ਼ ਕਰਨਗੇ। ਸੰਗਤ ਨੇ ਵਿਚਾਰ ਕੇ ਤਨਖਾਹ ਲਾਉਣੀ ਹੈ। ਤਨਖਾਹ ਪੂਰੀ ਕਰਕੇ ਉਸ ਦੀ ਸੋਧ ਦੀ ਅਰਦਾਸ ਹੋਏਗੀ। ਸੰਗਤ ਤੇ ਗੁਰ ਸੰਗਤ ਵਿੱਚ ਅੰਤਰ ਹੈ। ਇਸ ਅੰਗ ਵਿੱਚ ਬਾਰ-ਬਾਰ ਲਫ਼ਜ਼ ਗੁਰੂ ਸੰਗਤ ਆਇਆ ਹੈ। ਇਸ ਦੀ ਵਿਆਖਿਆ ਮੌਜੂਦਾ ਸਿੱਖ ਰਹਿਤ ਮਰਿਆਦਾ ਵਿੱਚ ਨਹੀਂ ਹੈ। 1936 ਦੀ ਜਿਹੜੀ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੇ ਪੰਥਕ ਰਹਿਣੀ ਦੇ ਅਧਿਆਇ ਵਿੱਚ ਲਫ਼ਜ਼ ਗੁਰੂ ਸੰਗਤ ਦੀ ਵਿਆਖਿਆ ਕੀਤੀ ਗਈ ਸੀ। ਉਹਦੇ 'ਚ ਲਿਖਿਆ ਗਿਆ ਸੀ, ਪੰਨਾ 14 1936 ਦੀ ਜਿਹੜੀ ਛਾਪ ਹੈ ਸਿੱਖ ਰਹਿਤ ਮਰਿਆਦਾ ਦੀ, ਪੰਨਾ ਨੰਬਰ 14 ਦੇ ਉੱਤੇ ਗੁਰੂ ਸੰਗਤ ਦਾ ਜਦੋਂ ਵਿਆਖਿਆ ਕੀਤੇ ਲਿਖਿਆ ਗਿਆ, ਜਿੱਥੇ ਥੋੜੇ ਜਿਹੇ ਸਿੱਖ ਵੀ ਹੋਣਗੇ ਉੱਥੇ ਇੱਕ ਗੁਰ ਸੰਗਤ ਰਚ ਲੈਣਗੇ। ਵਧੇਕ ਜਿਤਨੇ ਹੋਣ ਉਨਾ ਹੀ ਚੰਗਾ ਹੈ। ਜਿੱਥੇ ਘੱਟ ਤੋਂ ਘੱਟ 5 ਤਿਆਰ ਬਰ ਤਿਆਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਹੋਣ ਉਹ ਗੁਰੂ ਸੰਗਤ ਹੈ। ਇੱਥੇ ਪਰਿਭਾਸ਼ਾ ਜਿਹੜੀ ਗੁਰੂ ਸੰਗਤ ਦੀ ਦਿੱਤੀ ਗਈ 1936 ਦੀ ਸਿੱਖ ਰਹਿਤ ਮਰਿਆਦਾ ਦੇ ਵਿੱਚ, ਬਾਅਦ ਵਿੱਚ ਚੇਂਜ ਕਰ ਦਿੱਤੀ ਗਈ। ਤੋ ਇਸ ਸੰਬੰਧ ਦੇ ਪਹਿਲੇ ਅੰਕ ਮੁਤਾਬਕ ਜੇ ਕਿਸੇ ਸਿੱਖ ਪਾਸੋਂ ਰਹਿਤ ਦੀ ਕੋਈ ਭੁੱਲ ਹੋਈ, ਨਿੱਜੀ ਤੌਰ ਤੇ ਉਹਨੂੰ ਗੁਰੂ ਦੀ ਨੇੜੇ ਗੁਰੂ ਦੀ ਸੰਗਤ ਦੇ ਸਨਮੁਖ ਹਾਜ਼ਰ ਹੋ ਕੇ ਆਪਣੀ ਭੁੱਲ ਮੰਨਣੀ ਹੈ। ਇਸ ਤੋਂ ਸਪਸ਼ਟ ਹੈ ਕਿ ਭੁੱਲ ਕਰਨ ਵਾਲੇ ਨੇ ਖੁਦ ਹਾਜ਼ਰ ਹੋਣਾ ਹੈ। ਉਸ ਦਾ ਵਕੀਲ ਜਾਂ ਨੁਮਾਇੰਦਾ ਜਾਂ ਕੋਈ ਐਫੀਡੇਵਿਟ ਲੈ ਕੇ ਜਾਂ ਪਾਵਰ ਆਫ ਅਟਾਰਨੀ ਲੈ ਕੇ ਉਹਦੇ ਵੱਲੋਂ ਉੱਥੇ ਪੇਸ਼ ਨਹੀਂ ਹੋ ਸਕਦਾ। ਜਿਵੇਂ ਇਤਿਹਾਸ ਵੀ ਦੱਸਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਖੁਦ ਪੇਸ਼ ਹੋਣਾ ਪਿਆ ਤੇ ਕਾਲੀ ਫੂਲਾ ਸਿੰਘ ਜੀ ਨੇ ਕੋੜਿਆਂ ਦੀ ਸਜ਼ਾ ਮਹਾਰਾਜ ਨੂੰ ਸੁਣਾਈ ਸੀ। ਇਤਿਹਾਸ ਵੀ ਸਾਡੇ ਇਹ ਗੱਲ ਦੱਸਦਾ। ਜੇ ਉਹਨਾਂ ਦਾ ਕੋਈ ਵਕੀਲ ਹੁੰਦਾ ਉਹਨੂੰ ਇਹ ਸਜ਼ਾ ਦਿੱਤੀ ਨਹੀਂ ਸੀ ਜਾ ਸਕਦੀ। ਕਿਵੇਂ ਦਿੱਤੀ ਜਾ ਸਕਦੀ ਸੀ? ਜਾਂ ਕੋਈ ਪਾਵਰ ਆਫ ਅਟਾਰਨੀ ਲੈ ਕੇ ਆ ਗਿਆ ਹੁੰਦਾ ਵੀ ਮੈਨੂੰ ਸੁਣਾ ਦਿਓ। ਜਿਵੇਂ ਅੱਜ ਕੱਲ੍ਹ ਰਿਵਾਜ ਚੱਲ ਪਿਆ, ਆਪਣੇ ਕਿਸੇ ਨੂੰ ਭੇਜ ਦਿੱਤਾ ਜਾਂਦਾ ਦੇ ਕੇ ਸਪਸ਼ਟੀਕਰਨ ਤੇ ਦੂਜੀਆਂ ਚੀਜ਼ਾਂ। ਪਿੱਛੇ ਜੇ ਜਦੋਂ ਸੌਦਾ ਸਾਹਿਬ ਦੀ ਇੱਕ ਚਿੱਠੀ ਦਾ ਫੈਸਲਾ ਲਿਆ ਗਿਆ ਸੀ, ਜੇਕਰ ਮਰਿਆਦਾ ਦੀ ਇਸ ਮੱਧ ਦੇ ਉੱਤੇ ਅਮਲ ਕੀਤਾ ਗਿਆ ਹੁੰਦਾ ਤਾਂ ਐਡੀ ਵੱਡੀ ਨਮੋਸ਼ੀ ਤੋਂ
ਇਹ ਨਾ ਬਚਿਆ ਜਾ ਸਕਦਾ ਸੀ, ਜਿਹੜੀ ਨਮੋਸ਼ੀ ਬਾਅਦ ਚ ਹੋਈ ਔਰ ਫੈਸਲਾ ਵਾਪਸ ਲੈਣਾ ਪਿਆ, ਕਿਉਂਕਿ ਇੱਥੇ ਉਕਾਈ ਹੋਈ ਆ ਰਹਿਤ ਮਰਿਆਦਾ ਦੀ ਸਮੱਧ ਦੇ ਉੱਤੇ ਪਹਿਰਾ ਨਹੀਂ ਦਿੱਤਾ ਗਿਆ। ਜੇ ਰਹਿਤ ਮਰਿਆਦਾ ਦੀ ਇਸ ਮੱਧ ਦੇ ਉੱਤੇ ਪਹਿਰਾ ਦਿੱਤਾ ਜਾਂਦਾ ਤਾਂ ਉਹ ਗਲਤੀ ਨਹੀਂ ਸੀ ਹੋਣੀ, ਕਿਉਂਕਿ ਉਹ ਖੁਦ ਹਾਜ਼ਰ ਨਹੀਂ ਹੋਇਆ ਉੱਥੇ। ਇੱਥੇ ਸਪਸ਼ਟ ਲਿਖਿਆ ਵੀ ਜਿਹਨੇ ਗਲਤੀ ਕੀਤੀ ਉਹ ਖੁਦ ਹਾਜ਼ਰ ਹੋਵੇ, ਉਹਦੀ ਚਿੱਠੀ ਲੈ ਕੇ ਕੋਈ ਆ ਜਾਏ ਤੇ ਉਹਦੀ ਚਿੱਠੀ ਦੇ ਉਹਦੀ ਪਤਾ ਨਹੀਂ ਲਿਖੀ ਕਿ ਨਹੀਂ ਲਿਖੀ ਆਪਣੀ, ਤੇ ਉਹ ਚਿੱਠੀ ਦੇ ਆਧਾਰ ਤੇ ਉਹਨੂੰ ਮਾਫ ਕਰ ਦਿੱਤਾ ਜਾਏ, ਤੇ ਫਿਰ ਉਹਦੇ ਲਈ ਕਈ ਕਰੋੜਾਂ ਦੇ ਇਸ਼ਤਿਹਾਰ ਅਖਬਾਰਾਂ 'ਚ ਲਵਾ ਦਿੱਤੇ ਜਾਣ। ਤਾਂ ਇਹ ਗੱਲ ਗੁਰਮਤਿ ਮਰਿਆਦਾ ਅਨੁਸਾਰ ਨਹੀਂ ਹੈ, ਨਾ ਹੀ ਪੰਥਕ ਰਹਿਤ ਮਰਿਆਦਾ ਅਨੁਸਾਰ ਹੈ। ਗੁਰੂ ਸੰਗਤ ਦੇ ਦਬਾਅ ਹੇਠ ਆ ਕੇ ਬੇਸ਼ੱਕ ਆਪਣੇ ਹੀ ਕੀਤੇ ਫੈਸਲੇ ਨੂੰ ਦੁਬਾਰਾ ਵਾਪਸ ਲੈਣਾ ਪਿਆ, ਕਿਉਂਕਿ ਫੈਸਲਾ ਸਿੱਖ ਰਹੁ ਰੀਤੀ ਤੇ ਮਰਿਆਦਾ ਮੁਤਾਬਕ ਨਹੀਂ ਸੀ ਹੋਇਆ, ਜਾਂ ਸਿੱਖ ਰਹਿਤ ਮਰਿਆਦਾ ਮੁਤਾਬਕ ਨਹੀਂ ਸੀ ਹੋਇਆ। ਤਾਂ ਕੀ ਰਹਿਤ ਵਿੱਚ ਭੁੱਲ ਕਰਨ ਵਾਲਾ ਆਪਣੇ ਨੁਮਾਇੰਦੇ ਰਾਹੀਂ ਗੁਰੂ ਸੰਗਤ ਦੇ ਸਾਨੂੰ ਪੇਸ਼ ਹੋ ਸਕਦਾ? ਇਹਦੇ ਬਾਰੇ 7 ਜਨਵਰੀ 1945 ਨੂੰ ਧਾਰਮਿਕ ਸਲਾਹਕਾਰ ਕਮੇਟੀ ਨੇ 9 ਨੰਬਰ ਮਤਾ ਪਾਇਆ ਤੇ ਉਹਦੇ 'ਚ ਨਿਰਣਾ ਕੀਤਾ ਗਿਆ, ਤਨਖਾਹ ਤੇ ਤਨਖਾਹੀਆ ਸਿਰਲੇਖ ਲਿਖ ਕੇ ਇਸ ਸੰਬੰਧੀ ਕਿ ਕਿਸੇ ਸੱਜਣ ਦੀ ਗੈਰ ਹਾਜ਼ਰੀ ਵਿੱਚ ਉਸਦੀ ਲਿਖਤੀ ਦਰਖਾਸਤ ਵੇਖ ਕੇ ਉਸ ਨੂੰ ਰਹਿਤ ਦੀ ਢਿਲਾਈ ਸੰਬੰਧੀ ਤਨਖਾਹ ਲਗਾਈ ਜਾ ਸਕਦੀ ਹੈ ਜਾਂ ਨਹੀਂ। ਵਿਚਾਰ ਹੋ ਕੇ ਪ੍ਰਵਾਨ ਹੋਇਆ ਕਿ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ। ਢਿਲਾਈ ਕਰਨ ਵਾਲੇ ਸੱਜਣ ਦੇ ਖੁਦ ਹਾਜ਼ਰ ਹੋਣ ਤੇ ਹੀ ਉਸ ਨੂੰ ਤਨਖਾਹ ਲਗਾਈ ਜਾ ਸਕਦੀ ਹੈ। ਮਤਾ ਨੰਬਰ 9 ਪੰਥਕ ਮਤੇ, ਕਿਤਾਬ ਪੇਜ ਨੰਬਰ 35 ਦੇ ਉੱਤੇ ਇਹ ਮਤਾ ਜਿਹੜਾ ਹੈ ਉਹ ਛਪਿਆ ਹੋਇਆ ਹੈ। ਪੰਥਕ ਮਤੇ ਦੀ ਕਿਤਾਬ ਹੈ, ਬੁੱਕ ਹੈ, ਉਹਦੇ ਚ ਮਤਾ ਨੰਬਰ 9 ਪੰਨਾ ਨੰਬਰ 35 ਦੇ ਉੱਤੇ ਇਹ ਜਿਹੜਾ ਮਤਾ ਤਨਖਾਹ ਤੇ ਤਨਖਾਹੀਆ ਵਾਲਾ, ਜਿਹੜਾ ਮੈਂ ਦੁਬਾਰਾ ਦੁਹਰਾ ਰਿਹਾ ਵੀ ਇਸ ਸੰਬੰਧੀ ਕਿ ਕਿਸੇ ਸੱਜਣ ਦੀ ਗੈਰ ਹਾਜ਼ਰੀ ਵਿੱਚ ਉਸ ਦੀ ਲਿਖਤੀ ਦਰਖਾਸਤ ਵੇਖ ਕੇ ਉਸ ਨੂੰ ਰਹਿਤ ਦੀ ਢਿਲਾਈ ਸੰਬੰਧੀ ਤਨਖਾਹ ਲਗਾਈ ਜਾ ਸਕਦੀ ਹੈ ਜਾਂ ਨਹੀਂ। ਵਿਚਾਰ ਹੋ ਕੇ ਪ੍ਰਵਾਨ ਹੋਇਆ ਕਿ ਅਜਿਹਾ ਨਹੀਂ ਹੋਣਾ ਚਾਹੀਦਾ। ਢਿਲਾਈ ਕਰਨ ਵਾਲੇ ਸੱਜਣ ਦੇ ਖੁਦ ਹਾਜ਼ਰ ਹੋਣ ਤੋਂ ਹੀ ਉਸ ਨੂੰ ਤਨਖਾਹ ਲਗਾਈ ਜਾ ਸਕਦੀ ਹੈ। ਇਸ ਲਈ ਰਹਿਤ ਦੀ ਭੁੱਲ ਕਰਨ ਵਾਲੇ ਨੇ ਖੁਦ ਪੇਸ਼ ਹੋ ਕੇ ਤਨਖਾਹ ਲਗਾਉਣੀ ਹੈ, ਆਪਣੇ ਆਪ ਹੀ ਅਕਾਲ ਤਖਤ ਸਾਹਿਬ ਤੇ ਸਾਨੂੰ ਪੇਸ਼ ਹੋ ਕੇ ਆਪੇ ਹੀ ਆਪਣੀ ਸਜ਼ਾ ਮਿੱਥ ਕੇ ਆਪਣੇ ਆਪ ਨੂੰ ਬਰੀ ਕਰਕੇ ਇਹ ਭੁੱਲ ਦੀ ਨਾ ਤਾਂ ਆਪਣੇ ਆਪ ਨੂੰ ਭੁੱਲ ਮੰਨਣ ਦਾ ਕੋਈ ਮੈਥਡ ਹੈ ਜਾਂ ਕੋਈ ਤਰੀਕਾ ਹੈ, ਤੇ ਨਾ ਹੀ ਕੋਈ ਪਰੰਪਰਾ ਹੈ ਜਾਂ ਮਰਿਆਦਾ ਹੈ। ਅਸੀਂ ਗਏ ਸੀ, ਅਸੀਂ ਆਪਣੇ ਮਾਫੀ ਮੰਗ ਆਏ ਹਾਂ, ਅਸੀਂ ਪੇਸ਼ ਹੋਏ, ਬਸ ਜਾ ਕੇ ਹੋਇਆ ਜੀ। ਇਹ ਕੋਈ ਪਰੰਪਰਾ ਮਰਿਆਦਾ ਜਿਹੜੀ ਸਿੱਖ ਰਹਿਤ ਮਰਿਆਦਾ ਵਿੱਚ ਨਹੀਂ ਹੈ। ਇੱਥੇ ਜੋ ਮਰਿਆਦਾ ਲਿਖੀ ਗਈ ਹੈ ਉਹ ਆਪ ਸਾਨੂੰ ਹਾਜ਼ਰ ਹੋਣ ਦੀ ਹੈ। ਦੂਜਾ ਅੰਗ ਜਿਹੜਾ ਲਿਖਿਆ ਗਿਆ ਉਹ ਹੈ ਗੁਰੂ ਸੰਗਤ ਵਿੱਚੋਂ 5 ਪਿਆਰਿਆਂ ਦੇ ਚੁਣੇ ਜਾਣ। ਜਿਹੜਾ ਅੱਗੇ ਲਿਖਿਆ ਗਿਆ ਵੀ ਗੁਰੂ ਸੰਗਤ ਵਿੱਚੋਂ 5 ਪਿਆਰਿਆਂ ਦੀ ਜਿਹੜੀ ਚੋਣ ਕੀਤੀ ਜਾਏ, ਜੋ ਅਵਗਿਆ ਨੂੰ ਵਿਚਾਰ ਕੇ ਦੰਡ ਗੁਰੂ ਸੰਗਤ ਨੂੰ ਤਜਵੀਜ਼ ਕਰਨਗੇ। ਹੁਣ 5 ਇੱਥੇ ਫੈਸਲਾ ਨਹੀਂ ਕਰਦੇ, ਜਿਹੜੇ ਸੰਗਤ ਵਿੱਚੋਂ ਚੁਣੇ ਜਾਂਦੇ ਹਨ ਉਹ ਆਪ ਫੈਸਲਾ ਨਹੀਂ ਕਰਦੇ, ਉਹ ਪਹਿਲਾਂ ਭੁੱਲ ਦੀ ਵਿਚਾਰ ਕਰਦੇ ਨੇ ਵੀ ਕਿਹੋ ਜਿਹੀ ਭੁੱਲ ਹੈ, ਕਿਸ ਤਰ੍ਹਾਂ ਦੀ ਗਲਤੀ ਹੋਈ ਹੈ, ਉਹਦੇ ਵਿੱਚੋਂ ਆਪਣੇ ਵੱਲੋਂ ਫਿਰ ਜਿਹੜੀ ਤਨਖਾਹ ਹੈ ਉਹ ਤਜਵੀਜ਼ ਕਰਦੇ ਗੁਰੂ ਦੀ ਸੰਗਤ ਦੇ ਵਿੱਚ। ਤੀਸਰੇ ਅੰਕ ਮੁਤਾਬਕ ਫਿਰ ਇਹ ਹੈ ਦੰਡ ਜਾਂ ਤਨਖਾਹ ਲਗਾਉਣ ਦਾ ਅਧਿਕਾਰ ਸੰਗਤ ਨੂੰ ਹੈ। ਜਿਹੜਾ ਤੀਜਾ ਅੰਕ ਹੈ, ਸੰਗਤ ਨੂੰ ਬਖਸ਼ਣ ਵੇਲੇ ਹੱਥ ਨਹੀਂ ਕਰਨਾ ਚਾਹੀਦਾ, ਨਾ ਹੀ ਤਨਖਾਹ ਲਗਾਉਣ ਵਾਲੇ ਨੂੰ ਦੰਡ ਭਰਨ ਵੇਲੇ ਅੜੀ ਕਰਨੀ ਚਾਹੀਦੀ ਹੈ। ਜਿਹੜਾ ਤੀਜਾ ਸਾਡਾ ਈਡੀ ਨੰਬਰ ਤੇ ਲਿਖਿਆ ਹੋਇਆ, ਤਨਖਾਹ ਕਿਸੇ ਕਿਸਮ ਦੀ ਸੇਵਾ ਖਾਸ ਕਰਕੇ ਜੋ ਹੱਥਾਂ ਨਾਲ ਕੀਤੀ ਜਾ ਸਕੇ ਲਾਉਣੀ ਚਾਹੀਏ। ਤਾਂ ਤੀਜੇ ਅੰਕ ਦੇ ਵਿੱਚ ਇਹ ਦੱਸਿਆ ਗਿਆ ਵੀ ਤਨਖਾਹ ਲਗਾਉਣ ਦਾ ਅਧਿਕਾਰ ਸੰਗਤ ਨੂੰ ਹੈ। ਆਮ ਤੌਰ ਤੇ ਤਨਖਾਹ ਹੱਥੀਂ ਸੇਵਾ ਕਰਨ ਦੀ ਹੁੰਦੀ ਹੈ, ਪਰ ਇਹ ਸੇਵਾ ਹੈ, ਇਹਨੂੰ ਸੇਵਾ ਨਹੀਂ ਬਲਕਿ ਧਾਰਮਿਕ ਦੰਡ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ, ਜਿਹਨੂੰ ਅਸੀਂ ਸੇਵਾ ਦਾ ਨਾਮ ਦਿੰਦੇ ਹਾਂ, ਲੇਕਿਨ ਇਹ ਧਾਰਮਿਕ ਦੰਡ ਹੈ ਜੋ ਸਾਨੂੰ ਕਿਸੇ ਗਲਤੀ ਕਰਕੇ ਮਿਲਿਆ ਹੈ। ਲੇਕਿਨ ਅਸੀਂ ਸਿੱਖੀਜ਼ਮ ਅੰਦਰ ਇਹਨੂੰ ਸੇਵਾ ਦਾ ਨਾਮ ਦੇ ਕੇ ਉਹਦੇ ਵਿੱਚ ਨਿਮਰਤਾ ਭਾਵ ਲਿਆਉਣ ਦੀ ਯਤਨ ਕੀਤਾ ਹੈ, ਲੇਕਿਨ ਅਸਲ ਵਿੱਚ ਇਹਦਾ ਧਾਰਮਿਕ ਦੰਡ ਹੈ। ਚੌਥਾ ਜਿਹੜਾ ਅੰਕ ਸੀ ਇਹਦੇ ਵਿੱਚ ਉਹ ਸਜ਼ਾ ਪੂਰੀ ਕਰਕੇ ਉਸ ਸਿੱਖ ਨੇ ਮੁੜ ਸੰਗਤ ਵਿੱਚ ਹਾਜ਼ਰ ਹੋਣਾ ਤੇ ਸੁਧਾਈ ਦੀ ਅਰਦਾਸ ਕੀਤੀ ਜਾਣੀ ਹੈ।
फिर एक मर्यादा पंथ की महान एक परंपरा है। ਰਹਿਤ ਦੀ ਢਿੱਲ ਕਰਨ ਵਾਲੇ ਇਸ ਰਸਤੇ ਨੂੰ ਅਪਣਾਉਣ ਤੋਂ ਅੱਜ ਕੰਨੀ ਕਤਰਾ ਰਹੇ ਹਨ। ਲੋੜ ਹੈ ਇਹ ਮਰਿਆਦਾ ਨੂੰ ਦ੍ਰਿੜ ਕਰਨ ਦੀ, ਤਦ ਕਿ ਸਾਡੇ ਅੰਦਰ ਢਿੱਲੜਤਾ ਨਾ ਆਵੇ। ਜੇਕਰ ਇਹ ਮਰਿਆਦਾ ਪੂਰੀ ਤਰ੍ਹਾਂ ਸਿੱਖ ਰਹਿਤ ਮਰਿਆਦਾ ਦਾ ਇਹ ਮਤ ਪੂਰੀ ਤਰ੍ਹਾਂ ਲਾਗੂ ਹੋ ਜਾਏ ਤਾਂ ਇਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਰ ਜ਼ਰੂਰੀ ਪੰਥ ਮੁੱਦਿਆਂ ਤੇ ਵੱਧ ਧਿਆਨ ਦਿੱਤਾ ਜਾ ਸਕਦਾ ਹੈ। ਛੋਟੇ ਛੋਟੇ ਮਸਲਿਆਂ ਦੇ ਉੱਤੇ ਅਕਾਲ ਤਖਤ ਦੀ એનર્ਜੀ ਜਿਹੜੀ ਹੈ ਉਹ ਨਹੀਂ ਲੱਗੇਗੀ। ਸਪਸ਼ਟ ਗੱਲ ਇਹ ਹੈ ਕਿ ਹੱਥੀਂ ਸੇਵਾ ਕਰਨ ਦੀ ਗੱਲ ਕੀਤੀ, ਬਾਣੀਆਂ ਪੜ੍ਹਨ ਦੀ ਗੱਲ ਹੋ ਸਕਦੀ ਹੈ, ਨਿਤਨੇਮ ਤੋਂ ਇਲਾਵਾ ਹੋਰ ਬਾਣੀਆਂ ਪੜ੍ਹਨੀਆਂ ਸੁਣਨ ਤੇ ਗੁਰੂ ਪੰਥ ਦੀ ਸੇਵਾ ਲਈ ਧਨ ਭੇਟ ਕਰਨ ਦੀਆਂ ਤਨਖਾਹਾਂ ਵੀ ਲੱਗੀਆਂ ਤੇ ਹਵਾਲੇ ਸਾਨੂੰ ਮਿਲਦੇ ਹਨ, ਜਿਨ੍ਹਾਂ ਵਿੱਚੋਂ ਬਾਬਾ ਕਰਤਾਰ ਸਿੰਘ ਬੇਦੀ ਨੇ ਨਨਕਾਣਾ ਸਾਹਿਬ ਦੇ ਸਾਕੇ ਸਮੇਂ ਸਾਧੂਆਂ ਦੀ ਕਮੇਟੀ ਬਣਾ ਕੇ ਪੰਥ ਦੀ ਵਿਰੋਧਤਾ ਕੀਤੀ। ਹਰਿਦੁਆਰ ਜਾ ਕੇ ਸਿੱਖ ਪੰਥ ਦੇ ਵਿਰੁੱਧ ਤਕਰੀਰਾਂ ਕੀਤੀਆਂ, ਕੌਮ ਦੇ ਵਿਰੋਧੀਆਂ ਨਾਲ ਹਮਦਰਦੀ ਪ੍ਰਗਟ ਕੀਤੀ। ਇਹ 1921 ਦੀ ਮੈਂ ਗੱਲ ਕਰ ਰਿਹਾ ਹਾਂ, ਜਦੋਂ ਨਨਕਾਣਾ ਸਾਹਿਬ ਦਾ ਸਾਕਾ ਵਰਤਿਆ ਤੇ ਕਰਤਾਰ ਸਿੰਘ ਬੇਦੀ ਨੇ ਇਹ ਗੱਲ ਜਿਹੜੀ ਸੀ ਕੀਤੀ। ਉਸੇ ਇਹ ਫਿਰ ਹੋਇਆ ਕਿ ਸਿੱਖ ਪੰਥ ਦੇ ਵਿਰੋਧ ਨੇ ਤਕਰੀਰਾਂ ਵੀ ਕੀਤੀਆਂ, ਕੌਮ ਦੇ ਵਿਰੋਧੀਆਂ ਨਾਲ ਹਮਦਰਦੀ ਪ੍ਰਗਟ ਕੀਤੀ, ਇਸ ਲਈ ਉਹ ਦੁਖੀ ਹੈ। ਉਸ ਨੇ ਡੰਡ ਲਾਇਆ ਜਾਂਦਾ ਹੈ ਕਿ ਉਹ ਇੱਕ ਤਾਂ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਘੰਟੇ ਘਰ ਤੋਂ ਥੜਾ ਸਾਹਿਬ ਤੱਕ ਝਾੜੂ ਦੇਣ ਦੀ ਸੇਵਾ ਕਰੇ ਤੇ ਅੰਮ੍ਰਿਤਸਰੋਂ ਨੰਗੇ ਪੈਰੀ ਚੱਲ ਕੇ ਨਨਕਾਣਾ ਸਾਹਿਬ ਜਾਵੇ, ਉੱਥੇ ਪੁੱਜ ਕੇ 5 ਅਖੰਡ ਪਾਠ ਕਰਾਵੇ ਤੇ 10,000 ਰੁਪਇਆ ਸ਼ਹੀਦੀ ਫੰਡ ਵੀ ਦੇਵੇ। ਇਹ ਗਿਆਨੀ ਪ੍ਰਤਾਪ ਸਿੰਘ ਜੀ ਨੇ ਅਕਾਲੀ ਲਹਿਰ ਪੁਸਤਕ ਦੇ ਪੰਨਾ ਨੰਬਰ 396 397 ਦੇ ਉੱਤੇ ਇਹ ਮੱਤ ਜਿਹੜੀ ਹੈ ਦਰਜ ਕੀਤੀ ਹੈ। ਉਸ ਵੇਲੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਅਸ਼ਰ ਸਿੰਘ ਜੀ ਸਨ, ਜਿਸ ਵੇਲੇ ਦੀ ਮੈਂ ਗੱਲ ਕਰ ਰਿਹਾ ਹਾਂ। ਇਹ ਉਸ ਵੇਲੇ ਦੀ ਗੱਲ ਜਿਹੜੀ ਹੈ, ਉਸ ਵੇਲੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਅਸ਼ਰ ਸਿੰਘ ਜੀ ਹੁੰਦੇ ਸਨ, ਜਿਹੜੀ ਇਹ ਤਨਖਾਹ ਜਿਹੜੀ ਸੀ ਲਾਈ ਗਈ। ਤੋਂ ਅੱਗੇ ਰਹਿਤਨਾਮਿਆਂ ਵਿੱਚ ਵੀ ਇਹਦਾ ਜ਼ਿਕਰ ਆਉਂਦਾ ਹੈ। ਅੱਗੇ ਗੱਲ ਹੈ ਬਖਸ਼ਣ ਲੱਗਿਆ ਸੰਗਤ ਨੇ ਹੱਥ ਨਹੀਂ ਕਰਨਾ। तो फिर बेनती कर रहा हाँ कि भुलन अंदर सब को और भुल गुरु करतार। तो फिर दूजा पासा है नानक सतगुर ऐसा जानिए जो सब सैले मिलाए जी। गुरु है ही हमेशा बख्शण वाला, गुरु हमेशा ही अपने गले नाल लाउंदा है। गुरु सानू अपनियां बाहां च लैंदा है, सानू गुरु दीयां बाहां च बैठना नहीं आउंदा। गुरु ने कदी नहीं गुरु कदी भी इस गल तो पिछे नहीं हटदा। गुरु की गोद हमेशा साडे लई खुली है। तो गुरु पंथ सदा ही बख्शांदा है, जो वड्डियां भुल्लां करन वाले नूं सदा बख्शदा रहा है, क्योंकि पंथ वाहिगुरू दा है, जिसका सुभाव गुरु पातशाह जी ने आप भी बयान किया। गुरु गोबिंद सिंह महाराज ने, गुरु गोबिंद सिंह सच्चे पातशाह जी जफरनामे च गल लिखते हैं, तू शरण पे दी लाज रखण वाला है, बख्शण वाला है ते औखे वेले बांह फड़न वाला है, तू भुल्लां माफ करन वाला है, रोजी दाता ते मन नूं प्यारा लगन वाला है, तो प्यारा लगन वाला है। तो इत्थे बड़ी स्पष्ट जी गल सानूं समझ आउंदी है कि जिहड़ी गल सानूं इत्थे समझ लैनी चाहिदी है, जो आप चल के खालसे के दरबार में हाजिर हो जाए और निरकपट होके बिना किसी मन में कपट रखन दे अपनी भुल का इकबाल कर लवे, तो फिर दीवान का फैसला मनने लई तैयार होवे ते अगों लई धर्म मर्यादा अनुसार चलण लई दा वायदा करदा होवे, तो गुरु रूप खालसा का बिरध है कि उस संसारी अदालतां जां थाणियां वांग सजा ना दित्ती जावे, सगों होई भुल अनुसार खालसे की सेवा करनी दस के उन्होंने क्षमा कर दिता जाए, तो सजा देने वाला वर्तारा जिहड़ा है ये नहीं सगों माफ कर देने दे विच धार्मिक वडियाई है। एंड टू आर इज ह्यूमन टू फॉरगिव इज डिवाइन। तो इस वास्ते गुरु प्रताप सूरज विच भी ये हवाले दिते गए हैं, करनी क्षमा महातप जान, क्षमा करत ही रंभो दान, क्षमा सकल तीर्थ स्नान, क्षमा करत नर की कल्याण,
शिमा समान आन गुण नाही, कांते शिमा तरो मन माहे। ये गुरु प्रताप सूरज विच संतोख सिंह जी ने भी गल लिखी है कि सारे तपां चों वड्डा तप है माफ कर देना, सारिਆਂ ਤੋਂ ਵੱਡਾ ਦਾਨ ਹੈ ਕਿਸੇ ਨੂੰ ਮਾਫ ਕਰ ਦੇਣਾ, ਸਭ ਤੋਂ ਵੱਡੇ ਇਸ਼ਨਾਨਾਂ ਦਾ ਇਸ਼ਨਾਨ ਹੈ ਕਿਸੇ ਦੇ ਗੁਨਾਹ ਨੂੰ ਬਖਸ਼ ਦੇਣਾ, ਕਿਸੇ ਦੀ ਵਧੀਕੀ ਨੂੰ ਜਰ ਲੈਣਾ। ਸਭ ਤੋਂ ਵੱਡਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹ ਖਿਮਾ ਕਰਨ ਵਿੱਚ ਹੀ ਮਨੁੱਖਤਾ ਦਾ ਕਲਿਆਣ ਹੈ, ਤੇ ਇਹਦੇ ਵਰਗਾ ਹੋਰ ਕੋਈ ਗੁਣ ਹੈ ਹੀ ਨਹੀਂ। ਇਸ ਵਾਸਤੇ ਸਾਰਿਆਂ ਨੂੰ ਇਹ ਗੁਣ ਨੂੰ ਮਨ ਵਿੱਚ ਧਾਰਨ ਕਰਨਾ ਚਾਹੀਦਾ ਹੈ। ਇਹ ਕਵੀ ਸੰਤੋਖ ਸਿੰਘ ਜੀ ਨੇ ਇਹ ਗੱਲ ਲਿਖੀ ਹੈ। ਤੋ ਇੱਥੇ ਬੜੀ ਸਪਸ਼ਟ ਗੱਲ ਸਾਨੂੰ ਸਮਝ ਆਉਂਦੀ ਹੈ ਕਿ ਗੁਰੂ ਪੰਥ ਦਾ ਜੋ ਗਿਰਦ ਹੈ ਉਹ ਹਮੇਸ਼ਾ ਬਖਸ਼ਣਹਾਰ ਹੈ। ਮੈਂ ਆਪ ਜੀ ਨੂੰ ਇਤਿਹਾਸਕ ਹਵਾਲੇ ਚੋਂ ਇੱਕ ਉਦਾਹਰਨ ਦੇ ਰਿਹਾ ਹਾਂ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਦੋ ਜਰਨੈਲ ਸਨ ਕੌਮ ਦੇ, ਜਿਹੜੇ ਨਵਾਬ ਕਪੂਰ ਸਿੰਘ ਤੋਂ ਬਾਅਦ ਜਿਨ੍ਹਾਂ ਨੇ ਪੰਥ ਦੀ ਦੌਰ ਨੂੰ ਸੰਭਾਲਿਆ। ਪਰ ਜੱਸਾ ਸਿੰਘ ਆਹਲੂਵਾਲੀਆ ਤੇ ਜੱਸਾ ਸਿੰਘ ਰਾਮਗੜੀਆ ਦੇ ਮਤਭੇਦ ਹੋ ਗਏ। ਉਹ ਇਸ ਗੱਲ ਤੋਂ ਕਿ ਜਲੰਧਰ ਦੇ ਸੂਬੇਦਾਰ ਅਦੀਨਾ ਬੇਗ ਨੇ ਕੁਛ ਲਾਲਚ ਦੇ ਕੇ, ਜਗੀਰਾਂ ਦੇ ਕੇ ਇਹ ਕਿਹਾ ਕਿ ਤੁਸੀਂ ਸਾਡੇ ਨਾਲ ਮੇਰੇ ਨਾਲ ਰਲੋ। ਜਿਹੜੀ ਚਿੱਠੀ ਬੜੀ ਕਮਾਲ ਦੀ ਹੈ, ਕਹਿੰਦਾ ਅਦੀਨਾ ਬੇਗ ਸਿੱਖ ਸਰਦਾਰਾਂ ਦੇ ਨਾਂ ਤੇ ਚਿੱਠੀ ਲਿਖਦਾ ਕਿ ਆਓ ਆਪਾਂ ਰਲ ਮਿਲ ਕੇ ਬੰਦੋਬਸਤ ਕਰੀਏ, ਆਓ ਆਪਾਂ ਗੱਲਬਾਤ ਨਾਲ ਸੁਲ੍ਹਾ ਸਫਾਈ ਨਾਲ ਮਸਲਾ ਹੱਲ ਕਰ ਲਈਏ। ਰਹਿਤਾਂ ਭਾਵ ਫੌਜਾਂ ਨੂੰ ਜਾਂ ਲੋਕਾਂ ਨੂੰ ਮਰਵਾਉਣ ਦਾ ਕੀ ਫਾਇਦਾ। ਇਸ ਤਰ੍ਹਾਂ ਉਹਨੇ ਚਿੱਠੀ ਲਿਖੀ ਤਾਂ ਜੱਸਾ ਸਿੰਘ ਆਹਲੂਵਾਲੀਆ ਨੇ ਚਿੱਠੀ ਦਾ ਮੋੜਵਾਂ ਜਵਾਬ ਦਿੱਤਾ, ਤੇਰੀ ਤਾਂ ਮੇਰੀ ਮੁਲਾਕਾਤ ਹੁਣ ਜੰਗ ਦੇ ਮੈਦਾਨ ਵਿੱਚ ਹੋਏਗੀ, ਉੱਥੇ ਜੋ ਤੇਗਾਂ ਚੱਲਣਗੀਆਂ ਤੇਰੀਆਂ ਤੇ ਮੇਰੀਆਂ ਦਿਲੀ ਗੱਲਾਂ ਹੋਣਗੀਆਂ। ਅੱਜ ਜਦੋਂ ਅਸੀਂ ਹਥਿਆਰ ਚੁੱਕੇ ਹਨ ਤਾਂ ਤੈਨੂੰ ਬੈਠ ਕੇ ਸੁਲ੍ਹਾ ਦੀ ਗੱਲਾਂ ਯਾਦ ਆ ਗਈਆਂ ਹਨ। ਜੱਸਾ ਸਿੰਘ ਆਹਲੂਵਾਲੀਆ ਨੇ ਇੱਕ ਮੋੜਵਾਂ ਜਵਾਬ ਦਿੱਤਾ, ਅੱਜ ਤੱਕ ਕਿਸੇ ਨੇ ਆਜ਼ਾਦੀ ਰਈਅਤ ਮਰਵਾਉਣ ਤੋਂ ਬਿਨਾਂ ਹਾਸਲ ਨਹੀਂ ਕੀਤੀ। ਤੂੰ ਸਾਡੀ ਚਿੰਤਾ ਨਾ ਕਰ, ਜਦੋਂ ਅਸੀਂ ਮੁਲਕ ਨੂੰ ਆਜ਼ਾਦ ਕਰਾ ਲਵਾਂਗੇ ਤਾਂ ਇਹਦਾ ਬੰਦੋਬਸਤ ਵੀ ਅਸੀਂ ਆਪ ਕਰ ਲਵਾਂਗੇ। ਇਹ ਮੋੜਵਾਂ ਜਵਾਬ ਦਿੱਤਾ ਜੱਸਾ ਸਿੰਘ ਆਹਲੂਵਾਲੀਆ ਨੇ, ਜਿਹੜਾ ਜਲੰਧਰ ਦੇ ਸੂਬੇਦਾਰ ਅਦੀਨਾ ਬੇਗ ਨੇ। ਇਹ ਗੱਲ ਬੜੀ ਕਮਾਲ ਦੀ ਸੀ ਵੀ ਜਿੱਥੇ ਸਿੱਖ ਸਰਦਾਰਾਂ ਨੂੰ, ਖਾਸ ਕਰਕੇ ਸਿੱਖ ਜਰਨੈਲਾਂ ਨੂੰ ਇਹ ਤੋਂ ਸਿੱਖਿਆ ਲੈਣੀ ਬਣਦੀ, ਜਾਂ ਸਿੱਖ ਆਗੂਆਂ ਨੂੰ, ਦੂਜੇ ਲਫ਼ਜ਼ਾਂ 'ਚ ਕਹਿ ਰਹਾਂ, ਸਿੱਖ ਆਗੂਆਂ ਨੂੰ ਸਿੱਖਿਆ ਲੈਣੀ ਬਣਦੀ ਹੈ ਵੀ ਕੌਮ ਦੀ ਅਗਵਾਈ ਕਿਸ ਤਰ੍ਹਾਂ ਕਰੀਦੀ ਹੈ। ਉਧਰ ਜੱਸਾ ਸਿੰਘ ਰਾਮਗੜੀਆ ਨੇ ਉਹਦੇ ਨਾਲ ਰਲਣਾ ਪ੍ਰਵਾਨ ਕਰ ਲਿਆ। ਔਰ ਜੱਸਾ ਸਿੰਘ ਰਾਮਗੜੀਆ ਨੇ ਜਦੋਂ ਅਦੀਨਾ ਬੇਗ ਨਾਲ ਰਲ ਗਏ ਤਾਂ ਅਦੀਨਾ ਬੇਗ ਨੇ ਰਾਮ ਰੌਣੀ ਕਿਲੇ ਦੇ ਉੱਤੇ ਜਿਹੜਾ ਸੀ ਉਹ ਅੰਮ੍ਰਿਤਸਰ ਦਾ ਜਿਹੜਾ ਕਿਲਾ ਰਾਮ ਰੌਣੀ ਨੂੰ ਘੇਰ ਲਿਆ। ਰਾਮ ਰੌਣੀ ਜਦੋਂ ਕਿਲੇ ਨੂੰ ਘੇਰ ਲਿਆ ਤੇ ਦੇਖਿਆ ਵੀ ਅੰਦਰੋਂ ਸਿੱਖ ਜਿਹੜੇ ਹਨ ਉਹ ਹੁਣ ਬੜੀ ਮੁਸੀਬਤ 'ਚ ਨੇ, ਸਾਰੇ ਘਿਰ ਗਏ ਨੇ ਤੇ ਥੋੜੇ ਸਿੱਖ ਜਿਹੜੇ ਮਾਰੇ ਜਾਣਗੇ। ਤੇ ਜੱਸਾ ਸਿੰਘ ਆਹਲੂਵਾਲੀਆ ਰਾਮਗੜੀਆ ਨੇ ਆਪਣੇ ਤੀਰ ਦੇ ਨਾਲ ਇੱਕ ਚਿੱਠੀ ਜੱਸਾ ਸਿੰਘ ਆਹਲੂਵਾਲੀਆ ਦੇ ਨਾਂ ਤੇ ਲਿਖੀ ਵੀ ਜੇ ਪੰਥ ਹੁਣ ਵੀ ਮੇਰੀਆਂ ਭੁੱਲਾਂ ਨੂੰ ਬਖਸ਼ ਦੇਵੇ ਤਾਂ ਮੈਂ ਤੁਹਾਡੇ ਨਾਲ ਰਲਣ ਨੂੰ ਤਿਆਰ ਹਾਂ। ਦੇਖੋ, ਪੰਥ ਦਰਦ ਇਹੋ ਹੀ ਹੁੰਦਾ ਹੈ, ਇਹਨੂੰ ਪੰਥ ਦਰਦ ਕਹਿੰਦੇ ਨੇ। ਜੱਸਾ ਸਿੰਘ ਆਹਲੂਵਾਲੀਆ ਨੇ ਆਪਣੇ ਤੀਰ ਦੇ ਨਾਲ ਬੰਨ੍ਹ ਕੇ ਚਿੱਠੀ ਲਿਖੀ, ਪੰਥ ਹਮੇਸ਼ਾ ਹੀ ਬਖਸ਼ਣਹਾਰ ਹੈ, ਪੰਥ ਕਦੀ ਬਖਸ਼ਣ ਲੱਗਿਆ ਹੱਠ ਨਹੀਂ ਕਰਦਾ, ਅੜੀ ਨਹੀਂ ਕਰਦਾ। ਆਪ ਜਦੋਂ ਵੀ ਆਉਣਾ ਚਾਹੋ ਆ ਸਕਦੇ ਹੋ, ਜੇ ਤੁਹਾਨੂੰ ਭੁੱਲ ਦੀ ਆਪਣੀ ਕੀਤੀ ਹੋਈ ਗਲਤੀ ਦਾ ਅਹਿਸਾਸ ਹੈ। ਤਾਂ ਜੱਸਾ ਸਿੰਘ ਰਾਮਗੜੀਆ ਅਦੀਨਾ ਬੇਗ ਦੀ ਫੌਜ ਨੂੰ ਛੱਡ ਕੇ ਉਸ ਰਾਮ ਰੌਣੀ ਦੇ ਕਿਲੇ ਵਿੱਚ ਆ ਗਿਆ। ਰਾਮ ਰੌਣੀ ਦੇ ਕਿਲੇ ਦੇ ਜਦੋਂ ਜੱਸਾ ਸਿੰਘ ਰਾਮਗੜੀਆ ਆ ਗਿਆ ਤੇ ਅਦੀਨਾ ਬੇਗ ਦੀ ਫੌਜ ਛੱਡ ਕੇ ਭੱਜ ਗਈ ਔਰ ਸਿੱਖਾਂ ਦਾ ਕਿਲਾ ਬਚ ਗਿਆ। ਉਹਦਾ ਨਾਮ ਫਿਰ ਜੱਸਾ ਰਾਮਗੜ੍ਹ ਕਿਲੇ ਦਾ ਵਸਨੀਕ ਹੋਣ ਕਰਕੇ ਜੱਸਾ ਸਿੰਘ ਦੇ ਉਸ ਕਿਲੇ ਦਾ ਨਾਮ ਵੀ ਰਾਮਗੜ੍ਹ ਪੈ ਗਿਆ। ਰਾਮ ਰੌਣੀ ਦਾ ਨਾਮ ਬਦਲ ਕੇ ਫਿਰ ਰਾਮਗੜ੍ਹ ਰੱਖਿਆ ਗਿਆ, ਜਿਹੜਾ ਅੰਮ੍ਰਿਤਸਰ ਦੇ ਵਿੱਚ ਅੱਜ ਵੀ ਕਿਲਾ ਹੈ, ਉਹਦਾ ਨਾਮ ਫਿਰ ਰਾਮਗੜ੍ਹ ਰੱਖਿਆ ਗਿਆ। ਤਾਂ ਮੈਂ ਸਿਰਫ ਬੇਨਤੀ ਕਰਦਾ ਵੀ ਪੰਥ ਨੇ ਬਖਸ਼ਣ ਲੱਗਿਆ ਕਦੀ ਵੀ ਜਿੱਦ ਨਹੀਂ ਕੀਤੀ, ਨਾ ਹੀ ਪੰਥ ਕਦੀ ਬਖਸ਼ਣ ਲੱਗਿਆ ਹੱਠ ਕਰਦਾ ਹੈ। ਪਰ ਸਾਨੂੰ ਕਮ ਸੇ ਕਮ ਆਪਣੀ ਗਲਤੀ ਦਾ ਅਹਿਸਾਸ ਹੋਣਾ ਚਾਹੀਦਾ। ਇੱਕ ਹੋਰ ਉਦਾਹਰਨ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। 1985 ਦੀ ਵਿਸਾਖੀ, ਇਹ ਅੰਮ੍ਰਿਤ ਸੰਚਾਰ ਕਰਨ ਅਸੀਂ ਗਏ। ਇੱਥੇ ਨੇੜੇ ਦਾ ਪਿੰਡ ਹੈ, ਜਲੰਧਰ ਤੋਂ ਅੱਗੇ ਭੋਗਪੁਰ ਅੱਗੇ ਖਰਲ ਕਲਾਂ ਪਿੰਡ ਹੈ, ਮੈਨੂੰ ਅਜੇ ਵੀ ਯਾਦ ਹੈ। ਉਹਦੇ 'ਚ ਜਿੱਦਾਂ ਮਰਿਆਦਾ ਹੈ, ਵੱਖਰੇ ਕਰਕੇ ਤਨਖਾਹ ਲਾਉਣੀ, ਕਿਸੇ ਨੂੰ ਤਨਖਾਹ ਲਾ ਦਿੱਤੀ ਗਈ ਵੀ ਤੁਸੀਂ ਜੋੜੇ ਸਾਫ਼ ਕਰਨੇ ਹਨ,
1 ਮਹੀਨਾ ਥੋੜੇ ਸਾਫ਼ ਕਰਨੇ ਆ, ਤੁਸੀਂ ਛਾਤੀ ਸੇਵਾ ਕਰਨੀ ਹੈ। ਸਾਰੇ ਅੰਮ੍ਰਿਤਸਰ ਸੰਚਾਰ ਕੰਪਲੀਟ ਹੋ ਗਿਆ, ਅਰਦਾਸ ਵੀ ਹੋ ਗਈ, ਤੇ ਜਦੋਂ 5 ਪਿਆਰੇ ਆਪਣੇ ਬਸਤਰ ਬਦਲਣ ਲੱਗੇ ਤਾਂ ਉਹ ਆ ਕੇ ਖੜਾ ਹੋ ਗਿਆ, ਜਿਹਨੂੰ ਤਨਖਾਹ ਲਾਈ ਗਈ ਸੀ। ਕਹਿੰਦਾ ਠਹਿਰੋ ਠਹਿਰੋ, ਅਜੇ ਬਸਤਰ ਨਾ ਲਾਣਾ, ਬਸਤਰ ਮੈਂ ਤੁਹਾਡੇ ਨਾਲ ਗੱਲ ਕਰਨੀ। ਤਾਂ ਗੱਲ ਕੀ ਕੀਤੀ, ਕਹਿੰਦਾ ਜੀ ਆਪ ਜੀ ਨੇ ਮੈਨੂੰ ਤਨਖਾਹ ਲਾ ਦਿੱਤੀ ਹੈ, ਮੈਂ ਜੋੜੇ ਝਾੜਨੇ ਆ, ਮੈਂ ਹਰ ਤੁਹਾਡੀ ਗੱਲ ਮੰਨਣ ਨੂੰ ਤਿਆਰ ਹਾਂ, ਪਰ ਮੈਂ ਜੋੜੇ ਜ਼ਰੂਰ ਝਾੜਾਂਗਾ, ਪਰ ਮੈਂ ਇੱਥੇ ਕਮੀਆਂ ਦੇ ਜੋੜੇ ਨਹੀਂ ਝਾੜਨੇ। ਲਫ਼ਜ਼ ਲਫ਼ਜ਼ ਕਮੀ ਮਤਲਬ ਨੀਵੀਂ ਜਾਤ ਜਿਹੜੇ ਸਾਡੇ ਘਰਾਂ 'ਚ ਕੰਮ ਕਰਦੇ ਆ ਉਹਨਾਂ ਦੇ ਜੋੜੇ ਮੈਂ ਨਹੀਂ ਝਾੜਨੇ। ਮਤਲਬ ਇਹ ਜੇ ਸਾਡੇ ਅੰਦਰ ਭਾਵਨਾ, ਤਾਂ ਫਿਰ ਇਹ ਭੁੱਲ ਮੰਨਣ ਦਾ ਤਰੀਕਾ ਨਹੀਂ। ਜੇ ਇਹੋ ਜਿਹੀ ਭਾਵਨਾ ਰੱਖ ਕੇ ਅਸੀਂ ਆਪਣੀ ਡੰਡ ਲਵਾਉਂਦੇ ਆ ਜਾਂ ਭੁੱਲ ਬਖਸ਼ਾਉਣ ਆਉਂਦੇ ਆ, ਤਾਂ ਫਿਰ ਸਮਝਣਾ ਨਾ ਅਸੀਂ ਬਖਸ਼ੇ ਜਾਣਾ ਤੇ ਨਾ ਹੀ ਸਾਨੂੰ ਇਹ ਹੁਣ, ਕਿਉਂਕਿ ਅੰਮ੍ਰਿਤਪਾਨ ਕਰ ਚੁੱਕਾ ਸੀ ਦੁਬਾਰਾ, ਉਹ ਫਿਰ ਪੰਜਾਂ ਨੇ ਸਲਾਹ ਮਸ਼ਵਰਾ ਕਰਕੇ ਉਹਦੀ ਤਨਖਾਹ 'ਚ ਹੋਰ ਵਾਧਾ ਕਰਤਾ। ਜਿਹੜਾ ਉਹਨੂੰ ਮਹੀਨਾ ਦਾ ਸੀ 2 ਮਹੀਨੇ ਕਰਤੇ, ਤੇ ਇੱਕ ਹੋਰ ਗਲਤੀ ਤੂੰ ਕੀਤੀ ਹੈ, ਉਹਦੀ ਵੀ ਤਨਖਾਹ ਤੈਨੂੰ ਲੱਗੇਗੀ। ਤਾਂ ਫਿਰ ਉਹਦੇ ਭੁੱਲ ਦੀ ਮਾਫੀ ਮੰਗੀ ਆਪਣੀ ਦੀ, ਤਾਂ ਉਹਦੀ ਅਰਦਾਸ ਕੀਤੀ ਗਈ। ਤਾਂ ਮੇਰਾ ਕਹਿਣ ਦਾ ਮਤਲਬ ਇਹੋ ਜਿਹੇ ਕਈ ਵਾਰੀ ਤੁਹਾਨੂੰ ਕੇਸ ਜਿਹੜੇ ਸਾਹਮਣੇ ਆ ਜਾਣਗੇ, ਤਾਂ ਉਹਨਾਂ ਅੰਦਰੋਂ ਅਹਿਸਾਸ ਨਹੀਂ ਹੈ ਵੀ ਸਾਡੇ ਅੰਦਰ ਦਾ ਅਸੀਂ ਗਲਤੀ ਕੀਤੀ ਹੈ ਜਾਂ ਨਹੀਂ ਕੀਤੀ। ਬੜੀ ਸਪਸ਼ਟ ਜਿਹੀਆਂ ਗੱਲਾਂ ਹਨ। ਜੇ ਗੁਰੂ ਪੰਥ ਬਖਸ਼ਣਹਾਰ ਹੈ, ਜੇ ਗੁਰੂ ਪੰਥ ਦਿਆਲੂ ਹੈ, ਕਿਰਪਾਲੂ ਹੈ, ਤਾਂ ਸਿੱਖ ਨੂੰ ਅੰਦਰੋਂ, ਆਪਣੇ ਅੰਦਰੋਂ ਤਾਂ ਕਮ ਸੇ ਕਮ ਅਹਿਸਾਸ ਹੋਵੇ ਵੀ ਮੈਂ ਇਹ ਗਲਤੀ ਕਰ ਰਿਹਾ ਹਾਂ। ਹੁਣ ਅਸੀਂ ਜੇ ਗਲਤੀ ਕਰਦੇ ਹਾਂ, ਸਪੋਜ਼ ਕਰ ਲਓ ਮੈਂ ਗੱਲ ਕਰ ਰਿਹਾ, ਇੱਕ ਉਦਾਹਰਨ ਲੈ ਰਿਹਾ ਵੀ ਅਸੀਂ ਰੰਗ ਰਹੇ ਹਾਂ, ਆਪਣੇ ਕੇਸ ਦਾੜੇ ਨੂੰ ਰੰਗ ਰਹੇ ਹਾਂ, ਪਰ ਅਸੀਂ ਉਹਨੂੰ ਮੰਨਣ ਦੀ ਥਾਂ ਤੇ ਅਸੀਂ ਕਹਿ ਦਿੰਦੇ ਹਾਂ ਨਹੀਂ ਜੀ ਇਹਦੀ ਤਾਂ ਲੋੜ ਹੈ। ਇਹਦਾ ਮਤਲਬ ਸਾਨੂੰ ਉਸ ਕੀਤੀ ਗਲਤੀ ਦਾ ਅਹਿਸਾਸ ਨਹੀਂ ਹੈ। ਜਿਹੜੀ ਚੀਜ਼ ਤੋਂ ਬਿਨਾਂ ਗੱਡੀ ਚੱਲ ਸਕਦੀ ਹੈ, ਜਿਹੜੀ ਚੀਜ਼ ਤੋਂ ਬਿਨਾਂ ਸਾਡਾ ਕੰਮ ਚੱਲ ਰਿਹਾ ਹੈ, ਉਹ ਅਸੀਂ ਫਿਰ ਉਹਨੂੰ ਆਪਣੀ ਲੋੜ ਵਸਾ ਕੇ ਕਿਉਂ ਮਹਿਸੂਸ ਕਰਦੇ ਹਾਂ? ਅਸੀਂ ਲੋੜ ਬਣਾ ਕੇ ਕਿਉਂ ਪੇਸ਼ ਕਰਦੇ ਹਾਂ ਕਿ ਸਾਡੀ ਲੋੜ ਹੈ? ਨਹੀਂ ਜੀ ਅੱਜ ਤਾਂ ਸ਼ਰਾਬ ਪੀਣਾ ਤਾਂ ਜਾਂ ਸੁਸਾਇਟੀ ਹੈ ਜੀ, ਕੀ ਕਰੀਏ, ਉੱਥੇ ਬਹਿ ਨਹੀਂ ਸਕਦੇ, ਉੱਥੇ ਜੀ ਗੱਲ ਹੁੰਦੀ ਨਹੀਂ, ਸਾਡਾ ਗੁਜ਼ਾਰਾ ਕਿਵੇਂ ਹੋ ਸਕੇਗਾ? ਮਤਲਬ ਅਸੀਂ ਬਹਾਨੇ ਦੀ ਸਿੱਖੀ ਜਿਉਣ ਦੀ ਗੱਲ ਕਰਦੇ ਹਾਂ, ਜਦ ਕਿ ਬਹਾਨੇ ਦੀ ਸਿੱਖੀ ਗੁਰਮਤ ਵਿੱਚ ਹੈ ਨਹੀਂ ਹੈ। ਇੱਥੇ ਜਾਂ ਸਿੱਖ ਹੈ ਤੇ ਜਾਂ ਨਹੀਂ ਹੈ। ਬਹਾਨੇ ਵਾਲੀ ਸਿੱਖੀ ਨਹੀਂ ਵੀ ਆਹ ਸ਼ਰਤਾਂ ਤੇ ਮੈਨੂੰ ਸਿੱਖ ਬਣਾ ਲਓ, ਇਹ ਸ਼ਰਤਾਂ 'ਚ ਮੈਨੂੰ ਢਿੱਲ ਮੱਠ ਕਰ ਦਿਓ ਤਾਂ ਮੈਂ ਮੰਨਣ ਨੂੰ ਤਿਆਰ ਹਾਂ, ਜੇ ਇਹ ਸ਼ਰਤਾਂ ਨਹੀਂ ਕਰੋਗੇ ਤਾਂ ਮੈਂ ਮੰਨਣ ਨੂੰ ਤਿਆਰ ਨਹੀਂ। ਗੁਰਮਤ ਨੇ ਇਹ ਚੀਜ਼ਾਂ ਨੂੰ ਪ੍ਰਵਾਨ ਨਹੀਂ ਕੀਤਾ, ਤੇ ਨਾ ਹੀ ਗੁਰਮਤ ਦਾ ਕੋਈ ਇਹੋ ਜਿਹਾ ਵਿਧਾਨ ਹੈ। ਇੱਥੇ ਜਿਹੜੀ ਗੱਲਬਾਤ ਕੀਤੀ ਗਈ ਹੈ, ਉੱਥੇ ਇਹ ਸਪਸ਼ਟ ਗੱਲ ਦੱਸੀ ਗਈ ਹੈ ਕਿ ਇਹ ਦੰਡ ਲਾਉਣ ਦਾ ਤਰੀਕਾ ਜਾਂ ਤਨਖਾਹ ਲਾਉਣ ਦੀ ਵਿਧੀ ਇਹ ਹੈ। ਤੇ ਨਾਲ ਫਿਰ ਅਖੀਰ ਤੇ ਜਾ ਕੇ ਲਿਖਿਆ ਗਿਆ ਜਿਹੜਾ ਸੱਸਾ ਮੱਧ ਹੈ, ਉਹ ਹੈ ਅੰਤ ਸੋਧ ਦੇ ਅਰਦਾਸ ਹੋਵੇ। ਸ਼੍ਰੀ ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 32 ਦੇ ਉੱਤੇ ਇਹ ਗੱਲ ਅੰਕਿਤ ਕੀਤੀ ਗਈ ਹੈ, ਸੋਧ ਦੀ ਅਰਦਾਸ। ਸੋਧ ਦੀ ਅਰਦਾਸ ਦਾ ਮਤਲਬ ਦੀਵਾਨ ਦੇ ਫੈਸਲੇ ਅਨੁਸਾਰ ਤਨਖਾਹ ਪੂਰੀ ਹੋ ਜਾਵੇ ਤਾਂ ਸੰਬੰਧਿਤ ਸੱਜਣ ਫਿਰ ਦੀਵਾਨ ਵਿੱਚ ਹਾਜ਼ਰ ਹੋ ਕੇ ਸੋਧ ਦੀ ਅਰਦਾਸ ਕਰਾਵੇ, ਜਾਂ ਕਰੇ ਜਾਂ ਕਰਾਵੇ, ਜਿਸ ਲਈ ਉਹ ਅੱਗੇ ਵਾਸਤੇ ਗੁਰੂ ਆਸਰੇ ਰਹਿਤ ਵਹਿਤ ਵਿੱਚ ਸਾਵਧਾਨ ਹੋ ਕੇ ਵਿਚਰਨਾ ਜ਼ਰੂਰੀ ਇਸ ਲਈ ਉਹਨੂੰ ਅੱਗੇ ਵਾਸਤੇ ਫਿਊਚਰ ਲਈ, ਭਵਿੱਖ ਲਈ ਸਾਵਧਾਨ ਹੋ ਕੇ ਵਿਚਰਨਾ ਜ਼ਰੂਰੀ ਹੈ। ਉੱਥੇ ਗੁਰ ਭਾਈਆਂ ਦਾ ਵੀ ਫਰਜ਼ ਬਣਦਾ ਹੈ, ਜਿਹੜੇ ਗੁਰ ਭਾਈ ਹਨ, ਸੰਗਤ ਦੇ ਹੈ, ਕਿ ਉਹ ਉਸਦੀ ਪਿਛਲੀ ਭੁੱਲ ਨੂੰ ਕਦੀ ਨਾ ਚਿਤਾਰਨ ਤੇ ਬਰਾਬਰ ਦਾ ਸਨਮਾਨ ਦੇਣ। ਇੱਕ ਹੋਰ ਬੇਨਤੀ ਕਰ ਰਿਹਾ, 5 ਪਿਆਰੇ ਗੁਰੂ ਸਰੂਪ ਹੁੰਦੇ ਹਨ। ਗੁਰੂ ਹਮੇਸ਼ਾ ਹੀ ਸਿੱਖ ਦੇ ਪਰਦੇ ਕੱਜਦਾ ਹੈ। ਗੁਰੂ ਸਿੱਖ ਨੂੰ ਨਸ਼ਰ ਨਹੀਂ ਕਰਦਾ। ਜੇ ਗਲਤੀ ਕਿਸੇ ਨੇ ਮੰਨ ਲਈ, ਜੇ ਗੁਰੂ ਸਰੂਪ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ 5 ਪਿਆਰੇ ਹਨ, ਸਿੱਖ ਨੇ ਆਪਣੀ ਗਲਤੀ ਦਾ ਅਹਿਸਾਸ ਕਰ ਲਿਆ, ਤਾਂ ਜਿਹੜੇ ਪੰਜਾਂ ਦੀ ਸੇਵਾ ਕਰ ਰਹੇ ਹਨ ਜਾਂ ਪੰਜਾਂ ਦੀ ਡਿਊਟੀ ਨਿਭਾ ਰਹੇ ਹਨ, ਉਹਨਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹਦੇ ਕੀਤੀ ਹੋਈ ਜਿਹੜੀ ਭੁੱਲ ਹੈ ਉਹਨੂੰ ਆਪਣੇ ਤੱਕ ਰੱਖਣ, ਉਹਨੂੰ ਸੰਗਤਾਂ ਵਿੱਚ ਨਸ਼ਰ ਨਾ ਕਰਨ, ਜਾਂ ਇਹ ਕਹਿ ਲਈਏ ਵੀ ਮੂੰਹ ਕਾਲਾ ਕਰਕੇ ਉਹਨੂੰ ਤੋੜ ਦੇਣ, ਜਾਂ ਹੋਰ ਤਰ੍ਹਾਂ ਦੀਆਂ ਤਰੀਕਾ ਜਾਂ ਡੰਡ ਜਿਹੜੇ ਲਾ ਦਿੱਤੇ ਜਾਣ। ਜਿਹੜਾ ਗੁਰੂ ਘਰ ਦੀਆਂ ਮਰਿਆਦਾਵਾਂ ਜਾਂ ਪਰੰਪਰਾਵਾਂ ਦੇ ਉਲਟ ਕੰਮ ਹੈ, ਉਹ ਨਹੀਂ ਕਰਨਾ ਚਾਹੀਦਾ। ਉਹਨਾਂ ਦੀ ਡਿਊਟੀ ਵੀ ਹੈ ਵੀ ਉਹ ਜੇ ਉਹਨਾਂ ਨੇ ਦੱਸਿਆ, ਉਹਨੇ ਆਪਣੇ ਦਿਲ ਦੀ ਗੱਲ ਜਾਂ ਕੀਤੀ ਹੋਈ ਗੁਨਾਹ, ਗਲਤੀ ਆ ਕੇ ਪੰਜਾਂ ਕੇ ਰੱਖ ਦਿੱਤੀ ਹੈ, ਤੇ ਪੰਜਾਂ ਦਾ ਵੀ ਇਹ ਫਰਜ਼ ਹੈ ਵੀ ਆਪਣੇ ਗੁਰੂ ਰੂਪ ਨੂੰ ਸਮਝਦਿਆਂ ਹੋਇਆ ਬਾਅਦ ਵਿੱਚ ਵੀ ਆਮ ਜ਼ਿੰਦਗੀ ਜਿਉਂਦਿਆਂ ਹੋਇਆ ਵੀ ਕਦੀ ਵੀ ਉਹਨਾਂ ਦੀ ਇਹ ਨਹੀਂ ਕਿਸੇ ਨਾਲ ਗੱਲ ਕਰਨੀ ਫਲਾਣੇ ਨੇ ਆ ਗਲਤੀ ਕੀਤੀ ਸੀ, ਉਹਨੂੰ ਅਸੀਂ ਆ ਤਨਖਾਹ ਲਾ ਦਿੱਤੀ।
क्योंकि सिख गुरु का बिरद जिहड़ा है वो हमेशा ही सिख के पर्दे कजण का है ते पर्दे नशर करन दा नहीं। तो इत्थे ये भी गल बड़ी ख्याल वाली सानूं देनी चाहिए है भी गुरु भाइयों का यह फर्ज बनता है कि उसके पिछले भुलों नूं कदी भी ना चुतारन ते बराबर का सन्मान देण। ਉਹਨੂੰ ਆਪਣੇ ਜਦੋਂ ਉਹਦੇ ਭੁੱਲ ਬਖਸ਼ਾ ਹੀ ਲਈ ਤਾਂ ਫਿਰ ਉਹਨੂੰ ਬਰਾਬਰ ਦਾ ਸਨਮਾਨ ਦੇ। ਸਤਿਗੁਰ ਨਿਰਵੈਰ, ਸਤਿਗੁਰੂ ਨਿਰਵੈਰ ਹੈ। ਸਤਿਗੁਰ ਨਿਰਵੈਰ ਪੁੱਤਰ ਛਤਰ ਸਮਾਨੇ ਔਗਣ ਕੱਟੇ ਕਰ ਸੁਧ ਦੇਹਾ। ਸਤਿਗੁਰੂ ਦਾ ਪੁੱਤਰ ਛਤਰ ਬਾ ਦੁਸ਼ਮਣ ਤੇ ਸੰਬੰਧੀ ਉਹਨੂੰ ਇੱਕੋ ਜਿਹੇ ਹਨ, ਜਿਹੜਾ ਸਾਡੇ ਔਗਣ ਕੱਟ ਕੇ ਸ਼ੁੱਧ ਕਰ ਦਿੰਦਾ ਹੈ ਸਰੀਰ ਨੂੰ, गुरु का पवित्र कर दिता है। तो कच्चो कंचन भ्यो वाली गल है, इत्थे तो लोहों लाल होए दी गल है, इत्थे तो सानू विख ते जहर होने की गल है। गुरु तो इन्ना बख्शणहार है, जेड़ा विख तो अमृत होने की गल है। इत्थे तो मर्यादा गुरु दा तो बिरद है। असी जदों ये गल सोचते हैं जां ये गल करते हाँ कि जे किसी ने भुल साडे कोल आके गुरु संगत में हाजरी करके अपनी प्रवान कर ली तो साडी संगत का फर्ज भी यह बनता है कि उहदियां भुल्लां नूं उहनूं ना दोहराया जाए, सगों फिर उन्हां दियां कीते हुए गुनाह औगणां नूं बख्श के अगों तो उहनूं फिर गुरु के पंथ का एक अंग बना दिता जाए, तद कि उहदे च कोई भी इन्फिनिटी कंपलैक्स जिहड़ा है वो ना आवे। तो तनख्वाह लाउण दी विधि विच चार चीज़ां एक बार फिर आपां पढ़ लईए। जिस किसी पासों जिस किसी सिख पासों रहत दी कोई भुल हो जाए तो वह नेड़े दी गुरु संगत वास हाजिर होवे अते संगत के सन्मुख खड़ो के अपनी भुल मन्ने। ऐड़ा गुरु संगत विचों श्री गुरु ग्रंथ साहिब की हजूरी विच पंज प्यारे चुने जान, जो पेश हुए सज्जन की भुल नूं विचार के गुरु संगत पास तनख्वाह दंड तजवीज करन। इत्थे तनख्वाह दंड तजवीज करने की मर्यादा है, ना कि उहदी गलती दस्सण की कोई मर्यादा है भी जिहने कोई भुल की है फलानी भुल की, ये दस्सण दी नहीं है। वो पंजां कोल हक है भी उन्होंने अपना जिहड़ा गुरु दा पदवी दे उत्ते जिन्हां ने उस दी सेवा निभाउणी है। संगत नूं बख्शण वेले हठ नहीं करना चाहिए, पुछना भी नहीं चाहिए भी इन्हें की गलती की है, की गुनाह हो गया, इहदे कोल की बज्जर पाप हो गया, पुछना नहीं चाहिए। संगत दा फर्ज नहीं है संग पुछे। जे पंजां ने कह दिता भी इहनूं असीं तनख्वाह लाणी है तो फिर तनख्वाह ना ही तनख्वाह लवाउण वाले नूं दंड भरने विच अड़ी करनी चाहिए। जिवें मैं हुणे आप जी दे नाल एक उदाहरण साझी कीती है। तनख्वाह किसी किस्म की सेवा खास करके जो हत्थां नाल कीती जा सके लाउणी चाहिए। तो अंत विच सोध दा अरदास, सोध दी अरदास हो। अरदास यही है कि मालिक सच्चे पातशाह आप जी दे दर ते बेनती जोदड़ी है, साडे सिख पासों भुल्लां होईयां, गलती हुई, जिस दी बनती हुई तनख्वाह लगा दी गई, इसने अपनी तनख्वाह पूरी करके गुरु संगत विच अज फिर हाजरी भरी है। अगे तो उन्हें गुरसिक्खी जीवन की परपक्ता बख्शनी तद कि ये अपने जीवन को गुरमर्यादा अनुसार चला सके। तो ये साडी परंपरा एक तनख्वाह लाउण दी विधि है जिहड़ी दित्ती गई है। इस तो अगे चौथा अंक जिहड़ा है वो गुरमता करन दा विधि है जिहड़ी असीं अगले हफ्ते विचार करांगे। अज दी विचार करदे होइयां भुल्लां दी मैं आपां सुखीना चाहुंदा हां जी। प्यार सहित सारिआं नूं बेनती है फतेह दी सांझ करो। वाहिगुरू जी का खालसा, वाहिगुरू जी की फतेह।